ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ, ਭਾਗ ਚੌਥਾ, ਪੰਨਾ ਨੰਬਰ 64। ਮੈਂ ਸਵੇਰੇ 4 ਵਜੇ ਟੋੜਾ ਸਾਹਿਬ ਦੇ ਘਰੇ ਉਹਨਾਂ ਦੇ ਵਿਸ਼ਵਾਸ ਪਾਤਰ ਸਰਦਾਰ ਗੁਰਮੇਲ ਸਿੰਘ ਜੀ ਪਟਵਾਰੀ ਦਰਗਾਹਪੁਰ ਵਾਲਿਆਂ ਨਾਲ ਪਹੁੰਚ ਗਿਆ। ਇਹਨਾਂ ਨੇ ਹੀ ਮੇਰੇ ਲਈ ਅੱਡ ਕਮਰੇ ਵਿੱਚ ਮਿਲਣ ਦਾ ਸਮਾਂ ਨਿਰਧਾਰਿਤ ਕੀਤਾ ਸੀ। ਮੈਂ ਜਥੇਦਾਰ ਟੋੜਾ ਨੂੰ ਬੜੇ ਵਿਸਥਾਰ ਵਿੱਚ ਸਮਝਾ ਕੇ ਸਹਿਮਤ ਕੀਤਾ ਕਿ ਤੁਹਾਡੇ ਧੜੇ ਨੂੰ ਅਸਤੀਫੇ ਨਹੀਂ ਦੇਣੇ ਚਾਹੀਦੇ। ਜੇ ਤੁਸੀਂ ਇੰਜ ਕੀਤਾ ਤਾਂ ਸ਼੍ਰੀ ਬਾਦਲ ਨੇ 1 ਮਿੰਟ ਵੀ ਜਾਇਆ ਕੀਤਿਆਂ ਤੁਹਾਡੇ ਧੜੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਅਸਤੀਫੇ ਉਹਨਾਂ ਮਨਜ਼ੂਰ ਕਰ ਲੈਣੇ ਹਨ ਤੇ ਬਰਖਾਸਤ ਕਰ ਦੇਣਾ ਹੈ। ਉਹਨਾਂ ਨੂੰ ਮੇਰੀ ਗੱਲ ਤੇ ਉੱਕਾ ਹੀ ਯਕੀਨ ਨਹੀਂ ਸੀ, ਜਿਸ ਦਾ ਕਾਰਨ ਉਹਨਾਂ ਦੇ ਵਿਸ਼ਵਾਸ ਪਾਤਰਾਂ ਸਰਦਾਰ ਮਨਜੀਤ ਸਿੰਘ ਕਲਕੱਤਾ, ਸਰਦਾਰ ਗਰੇਵਾਲ, ਪ੍ਰੋਫੈਸਰ ਚੰਦੂ ਮਾਜਰਾ ਅਤੇ ਸਰਦਾਰ ਹਰਮੇਲ ਸਿੰਘ ਟੋੜਾ ਦੀਆਂ ਸਲਾਹਾਂ ਅਤੇ ਦਲੀਲਾਂ ਸਨ। ਮੈਂ ਇਹਨਾਂ ਨੂੰ ਗਲਤ ਸਾਬਤ ਕੀਤਾ ਅਤੇ ਇਹ ਵਿਚਲਾ ਰਾਹ ਸੁਝਾਇਆ ਕਿ ਅਸਤੀਫੇ ਤਾਂ ਤੁਸੀਂ ਦੇਣ ਦਾ ਮਨ ਬਣਾ ਹੀ ਲਿਆ ਹੈ। ਅਸਤੀਫਿਆਂ ਦੀ ਥਾਂ ਤੇ ਦਲ ਵਿੱਚ ਅਤੇ ਕੌਮ ਵਿੱਚ ਸਿਆਸੀ ਸ਼ਹੀਦ ਬਣੋ। ਉਹਨਾਂ ਪੁੱਛਿਆ ਉਹ ਕਿਵੇਂ? ਤਾਂ ਮੈਂ ਕਿਹਾ ਕਿ ਤੁਹਾਡੇ ਪਾਸ ਵਿਧਾਇਕਾਂ ਦੀ ਲਾਬੀ ਹੈ, ਮਜ਼ਬੂਤ ਧੜਾ ਹੈ। ਤੁਸੀਂ ਆਪਣੇ ਧੜੇ ਵੱਲੋਂ ਅਨੰਦਪੁਰ ਸਾਹਿਬ ਮਤੇ ਦਾ ਇੱਕ ਬਿੱਲ ਤਿਆਰ ਕਰੋ ਅਤੇ ਬਤੌਰ ਕੈਬਨਿਟ ਮੰਤਰੀ ਤੁਹਾਡਾ ਵਿਧਾਇਕ ਇਸ ਬਿੱਲ ਨੂੰ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਹੋਣ ਲਈ ਰੱਖੇ। ਬਾਕੀ ਵਿਧਾਇਕ ਇਸ ਦਾ ਸਮਰਥਨ ਕਰਨ। ਬਾਦਲ ਪਾਸ ਇਸ ਦਾ ਨਾ ਵਿਰੋਧ ਕਰਨ ਦਾ ਕੋਈ ਕਾਰਨ ਹੋਵੇਗਾ ਤੇ ਨਾ ਹੀ ਇਸ ਬਿਨਾਂ ਤੇ ਉਹ ਤੁਹਾਡੇ ਧੜੇ ਨੂੰ ਠਿੱਬੀ ਲਾ ਸਕੇਗਾ। ਪੰਥ ਵਿੱਚ ਤੁਸੀਂ ਛਾ ਜਾਓਗੇ। ਕਾਫੀ ਸਵਾਲ ਜਵਾਬ ਤੋਂ ਬਾਅਦ ਸ਼੍ਰੀ ਟੋੜਾ ਨੇ ਸਮਿਤੀ ਦਿੰਦੇ ਮੈਨੂੰ ਕਿਹਾ ਕਿ ਮੈਂ ਬਿੱਲ ਤਿਆਰ ਕਰਕੇ ਉਸ ਨੂੰ ਕੱਲ ਸਵੇਰੇ ਚੰਡੀਗੜ੍ਹ ਹਰਮੇਲ ਦੀ ਕੋਠੀ ਮਿਲਾਂ, ਜਿੱਥੇ ਸਭ ਦੀ ਉਹ ਮੀਟਿੰਗ ਸੱਦਣਗੇ ਤੇ ਕੱਲ ਹੀ ਇਹ ਕੰਮ ਕਰ ਦਿਆਂਗੇ। ਮੈਂ ਬਿੱਲ ਦੀ ਤਿਆਰੀ ਕਰਕੇ ਅਤੇ ਉਸ ਨੂੰ ਪੇਸ਼ ਕਰਨ ਲਈ ਬਣਾਈ ਗਈ ਇੱਕ ਜਜ਼ਬਾਤੀ ਅਪੀਲ ਰੂਪੀ ਭਾਸ਼ਣ ਤਿਆਰ ਕਰਕੇ ਦੂਜੇ ਦਿਨ ਸਰਦਾਰ ਗੁਰਮੇਲ ਸਿੰਘ ਜੀ ਨਾਲ ਸ਼੍ਰੀ ਹਰਮੇਲ ਦੀ ਕੋਠੀ ਪਹੁੰਚ ਗਿਆ। ਮੈਨੂੰ ਉੱਥੇ ਬਿਠਾਈ ਰੱਖਿਆ ਗਿਆ, ਪਰ ਟੋੜਾ ਸਾਹਿਬ ਸ਼੍ਰੀ ਕਲਕੱਤਾ ਦੀ ਕੋਠੀ ਆਪਣੇ ਧੜੇ ਨਾਲ ਮੀਟਿੰਗ ਕਰਦੇ ਰਹੇ। 3 ਘੰਟੇ ਬਾਅਦ ਮੈਨੂੰ ਕਿਹਾ ਗਿਆ ਕਿ ਜਥੇਦਾਰ ਟੋੜਾ ਕਿਸੇ ਜ਼ਰੂਰੀ ਰੁਝੇਵੇਂ ਵਿੱਚ ਕਿਤੇ ਹੋਰ ਚਲੇ ਗਏ ਹਨ ਤੇ ਮੈਨੂੰ ਬਾਅਦ ਵਿੱਚ ਦੱਸਣਗੇ ਕਿ ਕਦੋਂ ਮਿਲਣਾ ਹੈ। ਮੈਂ ਸਮਝ ਗਿਆ ਕਿ ਉਸਦੇ ਚਮਚਿਆਂ ਨੇ ਆਪਣਾ ਭਵਿੱਖ ਸੱਤਾ ਦੀ ਦੁਧਾਰੂ ਬਲੈਕਮੇਲਿੰਗ ਵਿੱਚ ਬਣਾਈ ਰੱਖਣ ਲਈ ਆਪਣੇ ਲੀਡਰ ਨੂੰ ਹੇਠਾਂ ਸੁੱਟ ਲਿਆ ਹੈ। ਮੈਂ ਅਤੇ ਸਰਦਾਰ ਗੁਰਮੇਲ ਸਿੰਘ ਜੀ ਵਾਪਸ ਪਰਤ ਆਏ। ਅਸੀਂ ਸ਼ਾਮ ਨੂੰ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਟੋੜਾ ਧੜੇ ਨੇ ਅਸਤੀਫੇ ਦੇ ਦਿੱਤੇ ਹਨ ਤੇ ਸਰਦਾਰ ਬਾਦਲ ਨੇ ਉਹਨਾਂ ਨੂੰ ਸਵੀਕਾਰ ਕਰਕੇ ਗਵਰਨਰ ਪੰਜਾਬ ਨੂੰ ਦੇ ਦਿੱਤੇ ਹਨ। ਮੇਰੇ ਲਈ ਅਤੇ ਸਰਦਾਰ ਗੁਰਮੇਲ ਸਿੰਘ ਜੀ ਲਈ ਇਹ ਕੋਈ ਅਚੰਭਾ ਨਹੀਂ ਸੀ। ਮੈਨੂੰ ਗੁਰਮੇਲ ਸਿੰਘ ਜੀ ਨੇ ਪੁੱਛਿਆ, ਹੁਣ ਕੀ ਸੰਭਾਵਨਾਵਾਂ ਨੇ? ਮੈਂ ਕਿਹਾ, ਹੁਣ ਟੋੜਾ ਸਾਹਿਬ ਦੀ ਸਿਆਸਤ ਦਾ ਪੰਜਾਬ ਵਿੱਚ ਭੋਗ ਪੈ ਗਿਆ। ਹੁਣ ਸ਼੍ਰੀ ਬਾਦਲ ਇਹਨਾਂ ਨੂੰ ਦੁਬਾਰਾ ਨਹੀਂ ਉੱਠਣ ਦਿੰਦਾ। ਅਨੰਦਪੁਰ ਸਾਹਿਬ ਦੇ ਮਤੇ ਲਈ ਮੈਨੂੰ ਇੱਕ ਤੀਜਾ ਮੌਕਾ ਫਿਰ ਮਿਲ ਗਿਆ। ਮੈਂ ਇਹੋ ਸੁਝਾਅ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾਉਣ ਦਾ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਅਤੇ ਚੇਅਰਮੈਨ ਤੋਂ ਇਲਾਵਾ ਅਕਾਲੀ ਦਲ ਦੇ ਸਰਪ੍ਰਸਤ ਸ਼੍ਰੀਮਾਨ ਸੰਤ ਅਜੀਤ ਸਿੰਘ ਜੀ ਨੂੰ ਵੀ ਨਾਗਰਿਕ ਤੌਰ ਤੇ ਉਹਨਾਂ ਦੇ ਹੀ ਹਲਕੇ ਵਿੱਚ ਸਜੇ ਦੀਵਾਨਾਂ ਵਿੱਚ 2 ਵਾਰ ਉਦੋਂ ਦਿੱਤਾ ਜਦੋਂ ਉਹ ਅਕਾਲੀ ਸਰਕਾਰ ਦੀ ਕਾਰਜਵਿਧੀ ਤੋਂ ਨਿਰਾਸ਼ ਹੋ ਕੇ ਲੋਕਾਂ ਵਿੱਚ ਵਿਚਰਨ ਲੱਗ ਪਏ ਸਨ। ਮੈਂ ਮਿਤੀ 25 ਅਪ੍ਰੈਲ 2010 ਨੂੰ ਡੁੰਮੇਵਾਲ ਪਿੰਡ ਦੀ ਵਿਸ਼ਾਲ ਸਭਾ ਵਿੱਚ ਇਹਨਾਂ ਦੀ ਹੀ ਮੌਜੂਦਗੀ ਵਿੱਚ ਸਟੇਜ ਤੋਂ ਬੋਲਦੇ ਹੋਏ ਬੇਨਤੀ ਕੀਤੀ ਕਿ ਬੜਾ ਸਪਸ਼ਟ ਹੈ ਕਿ ਹੁਣ ਤੁਹਾਨੂੰ ਦੁਬਾਰਾ ਅਕਾਲੀ ਦਲ ਟਿਕਟ ਨਹੀਂ ਦਿੰਦਾ। ਇਹ ਹਾਲੇ ਇਹਨਾਂ ਦੇ ਅਕਾਲੀ ਦਲ ਤੋਂ ਅੱਡ ਹੋਣ ਵਾਲਾ ਸਮਾਂ ਨਹੀਂ ਸੀ। ਇਹ ਉਹ ਸਮਾਂ ਸੀ ਜਦੋਂ ਇਹਨਾਂ ਨੇ ਪੁੱਲ ਲਈ ਮੋਰਚਾ ਆਰੰਭਿਆ ਸੀ। ਤੁਹਾਡੇ ਪਾਸ ਸਮਾਂ ਹੈ। ਕੌਮ ਤੁਹਾਨੂੰ ਆਪਣੀਆਂ ਅੱਖਾਂ ਤੇ ਬਿਠਾ ਲਵੇਗੀ ਅਤੇ ਇਹ ਹਲਕਾ, ਜਿਸ ਹਲਕੇ ਨੇ ਅਨੰਦਪੁਰ ਸਾਹਿਬ ਦੇ ਮਤੇ ਲਈ ਧਰਮ ਯੁੱਧ ਮੋਰਚੇ ਵਿੱਚ 3 ਦਰਜਨ ਸ਼ਹੀਦੀਆਂ ਦਿੱਤੀਆਂ ਹਨ, ਤੁਹਾਨੂੰ ਪੁਸ਼ਤਾਂ ਤੱਕ ਯਾਦ ਰੱਖੇਗਾ। ਅਗਰ ਤੁਸੀਂ ਪੰਜਾਬ ਵਿਧਾਨ ਸਭਾ ਵਿੱਚ ਬਤੌਰ ਅਕਾਲੀ ਵਿਧਾਇਕ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਿਧਾਨਕ ਤੌਰ ਤੇ ਪੇਸ਼ ਕਰਕੇ ਸਰਦਾਰ ਬਾਦਲ ਨੂੰ ਇਸ ਨੂੰ ਵਿਧਾਨ ਸਭਾ ਤੋਂ ਪਾਸ ਕਰਵਾਉਣ ਦੀ ਚੁਣੌਤੀ ਦੇ ਦਿਓ। ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਸੇ ਤੋਂ ਟਿਕਟ ਮੰਗਣ ਦੀ
ਲੋੜ ਨਹੀਂ ਪੈਣੀ, ਕੌਮ ਤੁਹਾਨੂੰ ਖੁਦ ਜਿਤਾ ਕੇ ਆਪ ਵਿਧਾਨ ਸਭਾ ਵਿੱਚ ਭੇਜੇਗੀ। ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਕਿ ਇਸ ਮਤੇ ਨੂੰ ਬਿੱਲ ਦੇ ਤੌਰ ਤੇ ਵਿਧਾਨ ਸਭਾ ਵਿੱਚ ਪੇਸ਼ ਕਰਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਾਸ ਤੁਹਾਨੂੰ ਦੇਵੇਗਾ ਅਤੇ ਇੱਕ ਵਿਧਾਨਕ ਬਿੱਲ ਦੇ ਤੌਰ ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾਉਣ ਲਈ ਹਰ ਤਿਆਰੀ ਕਰਕੇ ਦਿਆਂਗਾ। ਸਿਰਫ ਤੁਹਾਨੂੰ ਜੁਰਅਤ, ਦਲੇਰੀ ਅਤੇ ਦੂਰ ਅੰਦੇਸ਼ੀ ਦਿਖਾਉਣ ਦੀ ਲੋੜ ਹੈ। ਪਰ ਸ਼੍ਰੀਮਾਨ ਸੰਤ ਅਜੀਤ ਸਿੰਘ ਜੀ ਅਜਿਹੀ ਪੰਥਕ ਰਾਜਸੀ ਸੂਝ, ਦੂਰਦ੍ਰਿਸ਼ਟੀ, ਦਲੇਰੀ ਅਤੇ ਆਪਣਾ ਵਿਧਾਇਕੀ ਫਰਜ਼ ਲਈ ਬਣਦੀ ਵਿਧਾਈ ਜਵਾਬਦੇਹੀ ਸਰਦਾਰ ਬਰਨਾਲਾ, ਜਥੇਦਾਰ ਟੋੜਾ ਅਤੇ ਇਹਨਾਂ ਦੇ ਮੰਤਰੀਆਂ ਸ਼੍ਰੀ ਕਲਕੱਤਾ, ਗਰੇਵਾਲ, ਹਰਮੇਲ ਅਤੇ ਚੰਦੂ ਮਾਜਰੇ ਵਾਂਗ ਹੀ ਨਹੀਂ ਦਿਖਾ ਸਕੇ। ਉਦੋਂ ਮੈਨੂੰ ਬਹੁਤ ਸਾਰੇ ਸਿਆਸੀ ਲੋਕਾਂ ਨੇ ਕਿਹਾ ਸੀ ਕਿ ਮੈਂ ਇੰਜ ਦੀਆਂ ਭਵਿੱਖਬਾਣੀਆਂ ਨਾ ਕਰਿਆ ਕਰਾਂ ਕਿਉਂਕਿ ਸਿਆਸਤ ਵਿੱਚ ਇਹ ਨਹੀਂ ਚੱਲਦੀਆਂ। ਤਾਂ ਮੈਂ ਉਹਨਾਂ ਨੂੰ ਕਿਹਾ ਸੀ ਅਤੇ ਹਮੇਸ਼ਾ ਕਹਿੰਦਾ ਹਾਂ ਕਿ ਇਹ ਕੋਈ ਭਵਿੱਖਬਾਣੀ ਨਹੀਂ, ਇਹ ਤਾਂ ਕੰਧ ਤੇ ਲਿਖੀ ਸਿਆਸੀ ਇਬਾਰਤ ਹੈ ਜੋ ਸਿਆਸੀ ਅਨੁਭਵੀ ਨੂੰ, ਸਿਆਸਤਦਾਨ ਨੂੰ ਕੌਮ ਖਾਤਰ ਪੜ੍ਹਨਾ ਆਉਣਾ ਚਾਹੀਦਾ ਹੈ। ਇਹ ਮੌਕਾ ਹੁਣ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ 5ਵੀਂ ਵਾਰ ਮੁੱਖ ਮੰਤਰੀ ਬਣਨ ਵੇਲੇ ਫਿਰ ਮਿਲ ਗਿਆ ਹੈ। ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਣ ਤੋਂ ਬਾਅਦ, ਧਰਮ ਯੁੱਧ ਮੋਰਚੇ ਵਿੱਚ ਕੌਮ ਸ਼ਹੀਦ ਕਰਵਾਉਣ ਤੋਂ ਬਾਅਦ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੰਨ ਬਿੰਨ ਲਾਗੂ ਕਰਵਾਉਣ ਦਾ ਹਲਫ ਅਤੇ ਅਰਦਾਸ ਕਰਨ ਤੋਂ ਬਾਅਦ 5ਵੀਂ ਵਾਰ ਅਤੇ ਸ਼੍ਰੀ ਬਰਨਾਲਾ ਤੇ ਲਾਏ ਗਏ ਆਰੋਪਾਂ ਤੋਂ ਬਾਅਦ ਆਪ ਹੁਣ 3ਜੀ ਵਾਰ ਮੁੱਖ ਮੰਤਰੀ ਦਾ ਹਲਫ ਲਿਆ ਹੈ। ਇਹਨਾਂ ਦੀ ਅਗਵਾਈ ਵਿੱਚ ਵੀ ਅਕਾਲੀ ਦਲ ਨੇ ਕਿਤਾਬ ਛਪਣ ਤੱਕ ਕੁਝ ਵੀ ਨਹੀਂ ਕੀਤਾ ਹੈ। ਅਨੰਦਪੁਰ ਸਾਹਿਬ ਮਤੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਰਕਾਰੀ ਬਿੱਲ ਦੇ ਤੌਰ ਤੇ ਪਾਸ ਕਰਵਾਉਣ ਦੀ ਚਿੰਗਾਰੀ ਦੀ ਚਿਣਗ ਨੂੰ ਅਕਾਲੀ ਸਰਕਾਰ ਅਤੇ ਇਸ ਦੇ ਸਾਰੇ MLA, ਮੁੱਖ ਮੰਤਰੀ, ਮੰਤਰੀ ਮੰਡਲ ਅਤੇ ਅਕਾਲੀ ਰਾਜਸੀ ਕੋਰ ਕਮੇਟੀ ਨੇ ਖੁਦ ਆਪ ਆਪਣੀ ਜੁੱਤੀ ਥੱਲੇ ਮਸਲ ਕੇ ਖਤਮ ਕਰ ਦਿੱਤਾ ਹੈ। ਇਸ ਚਿੰਗਾਰੀ ਦੀ ਚਿਣਗ ਤੋਂ ਜੇ ਅਕਾਲੀ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਖਾਲਸਾ ਜੀ ਕੇ ਬੋਲਬਾਲੇ ਲਈ ਅਨੰਦਪੁਰ ਸਾਹਿਬ ਦੇ ਮਤੇ ਦੇ ਲਫ਼ਜ਼ਾਂ ਵਿੱਚ ਖਾਲਸਾ ਜੀ ਦੇ ਇਸ ਜਨਮਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਣਾ ਪ੍ਰਾਪਤੀ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਬੁਨਿਆਦੀ ਮਿਸ਼ਨ ਹੈ। ਨਿਮਤ ਸਰਕਾਰੀ ਮਤਾ ਪਾਸ ਕਰ ਦਿੰਦੀ ਤਾਂ ਅੱਜ ਉਹ ਸਾਰੇ ਹੱਕ ਸਿੱਖ ਕੌਮ ਨੂੰ ਮਿਲ ਜਾਂਦੇ ਜਿਨ੍ਹਾਂ ਦੀ ਗੱਲ ਅਨੰਦਪੁਰ ਸਾਹਿਬ ਮਤੇ ਵਿੱਚ ਕੀਤੀ ਗਈ ਹੈ। ਆਪਣੇ ਹੀ ਰਾਜਸੀ ਨਿਸ਼ਾਨੇ ਨਾਲ ਦਗਾ ਕਰਦੇ ਹੋਏ, ਆਪਣੀ ਹੀ ਕੀਤੀ ਗੱਲ ਤੋਂ ਮੁੱਕਰਦੇ ਹੋਏ ਪੰਜਾਬ ਦੇ ਵੋਟਰਾਂ, ਸਿੱਖ ਕੌਮ ਅਤੇ ਖਾਲਸਾ ਪੰਥ ਨੂੰ ਆਪਣੇ ਹੀ ਦਿੱਤੇ ਗਏ ਵਚਨ ਤੋਂ ਭਗੌੜੇ ਹੋ ਕੇ ਉਸ ਨਾਲ ਵਿਸ਼ਵਾਸਘਾਤ ਕਰਦੇ ਹੋਏ ਕੋਈ ਵੀ ਰਾਜਸੀ ਵਿਧਾਨ ਰਾਹੀਂ ਪੰਥਕ ਹੱਕਾਂ ਨੂੰ ਅੱਗੇ ਤੋਰਨ ਦੀ ਬਣਦੀ ਜ਼ਿੰਮੇਵਾਰੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਨਹੀਂ ਨਿਭਾਈ ਗਈ ਹੈ। ਇਹ 1947 ਤੋਂ ਬਾਅਦ ਖਾਲਸਾ ਪੰਥ ਨਾਲ ਅਕਾਲੀ ਅਖਵਾਉਂਦੇ ਲੀਡਰਾਂ ਵੱਲੋਂ ਉਹ ਵੱਡਾ ਧੋਖਾ ਹੈ ਜਿਹੜਾ ਸ਼ਾਇਦ ਹੀ ਮੁਆਫ਼ ਕੀਤਾ ਜਾ ਸਕਦਾ ਹੋਵੇ। ਇਹ ਅਕਾਲੀਆਂ ਦੀ ਪਹਿਲੀ ਜ਼ਿੰਮੇਵਾਰੀ, ਫਰਜ਼ ਅਤੇ ਧਾਰਮਿਕ ਕਰਮ ਬਣਦਾ ਸੀ ਜੋ ਇਹਨਾਂ ਕਦੇ ਵੀ ਪੂਰਾ ਨਹੀਂ ਕੀਤਾ। ਜਿਵੇਂ ਸਿੱਖ ਇਸ ਗੱਲ ਤੇ ਨਾਰਾਜ਼ ਹਨ ਅਤੇ ਭਾਰਤ ਸਰਕਾਰ ਨੂੰ ਤੇ ਕਾਂਗਰਸ ਲੀਡਰਸ਼ਿਪ ਨੂੰ ਇਸ ਹਿੱਤ ਕਦੇ ਵੀ ਮੁਆਫ਼ ਕਰਨ ਲਈ ਤਿਆਰ ਨਹੀਂ ਹਨ ਕਿ ਜੋ ਵਾਅਦੇ ਦੇਸ਼ ਵੰਡ ਤੋਂ ਪਹਿਲਾਂ ਪੰਡਿਤ ਨਹਿਰੂ ਅਤੇ ਸ਼੍ਰੀ ਮੋਹਨ ਚੰਦ ਕਰਮਚੰਦ ਗਾਂਧੀ ਨੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਅਤੇ ਉਹਨਾਂ ਤੇ ਦੋਸ਼ ਆਇਦ ਕਰਦੇ ਹਨ ਕਿ ਉਹ ਆਪਣੇ ਕੀਤੇ ਕੌਲ ਇਕਰਾਰਾਂ ਤੋਂ ਮੁਕਰ ਗਏ। ਤਾਂ ਫਿਰ ਮੇਰਾ ਉਹਨਾਂ ਹੀ ਸਿੱਖਾਂ ਅਤੇ ਲਿਖਾਰੀਆਂ, ਇਤਿਹਾਸਕਾਰਾਂ ਅਤੇ ਖਾਲਸਾ ਪੰਥ ਅੱਗੇ ਸਵਾਲ ਹੈ ਕਿ ਫਿਰ ਇਹੋ ਹੀ ਕੰਮ ਇਹਨਾਂ ਅਕਾਲੀਆਂ ਦਾ ਵੀ ਇੰਜ ਇੱਥੇ ਸਾਬਤ ਹੋ ਜਾਂਦਾ ਹੈ ਤਾਂ ਫਿਰ ਹੁਣ ਇਹਨਾਂ ਦਾ ਕੀ ਕਰੀਏ? ਜ਼ੁਰਮ ਇੱਕੋ ਜਿਹੇ ਹੀ ਹਨ ਤਾਂ ਸਜ਼ਾ ਵੀ ਇੱਕੋ ਜਿਹੀ ਹੀ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਦੇ ਕਿਸੇ ਵੀ ਸੰਸਦ ਮੈਂਬਰ ਨੇ ਇਸ ਆਪਣੇ ਰਾਜਸੀ ਨਿਸ਼ਾਨੇ ਦੀ ਗੱਲ ਦਲ ਵੱਲੋਂ ਪਾਸ ਕੀਤੇ ਇਹਨਾਂ ਹੀ ਲਫ਼ਜ਼ਾਂ ਵਿੱਚ ਭਾਰਤ ਦੀ ਸੰਸਦ ਵਿੱਚ ਅੱਜ ਤੱਕ ਨਾ ਚੁੱਕੀ ਹੈ ਅਤੇ ਨਾ ਹੀ ਕੀਤੀ ਹੈ। ਇਹਨਾਂ ਵਿੱਚ ਤਾਂ ਇਤਨੀ ਵੀ ਹਿੰਮਤ ਨਹੀਂ ਪਈ ਕਿ ਇਹ ਆਪਣੇ ਹੀ ਦਲ ਦੇ ਇਸ ਰਾਜਸੀ ਮਤੇ ਨੂੰ ਸਿਰਫ ਰੈਫਰ ਕਰਨ ਹਿੱਤ ਹੀ ਪੰਜਾਬੀ ਵਿਧਾਨ ਸਭਾ ਜਾਂ ਭਾਰਤ ਦੀ ਸੰਸਦ ਵਿੱਚ ਕਦੇ ਹੂਬਹੂ ਪੜ੍ਹ ਕੇ ਟੂਕ ਹੀ ਦੇ ਦਿੰਦੇ।
ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਕੇਂਦਰੀ ਸਰਕਾਰ ਵਿੱਚ ਭਾਈਵਾਲੀ ਸਮੇਂ ਅਤੇ ਭਾਰਤ ਸਰਕਾਰ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਹੋਣ ਸਮੇਂ ਵੀ ਅਕਾਲੀ ਦਲ ਨੇ ਇਸ ਸਹਿਤ ਕੁਝ ਨਹੀਂ ਕੀਤਾ ਹੈ। ਇਹ ਅਕਾਲੀ ਦਲ ਦਾ ਸਭ ਤੋਂ ਵੱਡਾ ਨਾ ਬਖਸ਼ਣਯੋਗ ਅਜਿਹਾ ਧੋਖਾ ਹੈ ਜਿਸ ਦੀ ਕਦੇ ਵੀ ਹੁਣ ਪੰਥ ਭਰਪਾਈ ਨਹੀਂ ਕਰ ਸਕਦਾ ਹੈ। ਪੰਥ ਵੱਲੋਂ ਅੱਜ ਤੱਕ ਕਿਸੇ ਨੇ ਵੀ ਅਕਾਲੀਆਂ ਤੋਂ ਇਸ ਦਾ ਸਪਸ਼ਟੀਕਰਨ ਮੰਗਣ ਦੀ ਜ਼ਰੂਰਤ ਨਹੀਂ ਦਿਖਾਈ ਹੈ। ਅਗਲੇ ਵਿਚਾਰ ਇਸ ਨੂੰ ਅਕਾਲੀਆਂ ਵੱਲੋਂ ਪੰਥ ਨੂੰ ਧਰਮ ਅਤੇ ਸਿੱਖੀ ਦੇ ਨਾਮ ਤੇ ਦਿੱਤੇ ਜਾਂਦੇ ਸਿੱਧੇ ਧੋਖਿਆਂ ਨੂੰ ਹੋਰ ਉਘਾੜ ਕੇ ਸਪਸ਼ਟ ਕਰਨਗੇ। ਰਾਜਨੀਤਿਕ ਧੋਖਾ ਨੰਬਰ 22। ਅਨੰਦਪੁਰ ਸਾਹਿਬ ਮਤੇ ਦੇ ਰਾਜਸੀ ਨਿਸ਼ਾਨੇ ਦੀ ਮੱਧ ਨੰਬਰ 1 ਦੇ ਕੁੱਲ 3 ਹਿੱਸੇ ਹਨ ਜੋ ਅਸਲ ਅਨੰਦਪੁਰ ਸਾਹਿਬ ਦੇ ਮਤੇ ਦੇ, ਜਿਸ ਦੀ ਫੋਟੋਕਾਪੀ ਆਰੰਭ ਵਿੱਚ ਹੀ ਦੇ ਦਿੱਤੀ ਹੈ, ਦੇ ਪੰਨਾ ਨੰਬਰ 5 ਤੋਂ ਸ਼ੁਰੂ ਹੋ ਕੇ 6 ਤੱਕ ਚੱਲਦੇ ਹਨ। ਪਹਿਲੇ ਹਿੱਸੇ ਦਾ ਸੰਬੰਧ ਪੰਜਾਬ ਪੁਨਰਗਠਨ ਵੇਲੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲ ਨਹੀਂ ਜੋੜੇ ਗਏ ਉਹਨਾਂ ਦਾ ਬਿਊਰਾ ਅਤੇ ਜ਼ਿਕਰ ਹੈ। ਉਹਨਾਂ ਨੂੰ ਪੰਜਾਬ ਵਿੱਚ ਲਿਆਉਣ ਲਈ ਅਕਾਲੀ ਦਲ ਹਰ ਸੰਭਵ ਯਤਨ ਅਤੇ ਜੱਦੋਜਹਿਦ ਕਰੇਗਾ ਦਾ ਜੋ ਪ੍ਰਣ ਪ੍ਰਗਟ ਕੀਤਾ ਗਿਆ ਹੈ ਉਹ ਅਕਾਲੀ ਦਲ ਦੀ ਅਸਲ ਲਿਖਤ ਅਨੁਸਾਰ ਇੰਜ ਹੈ। ਸ਼੍ਰੋਮਣੀ ਅਕਾਲੀ ਦਲ ਹਰ ਸੰਭਵ ਤਰੀਕੇ ਨਾਲ ਯਤਨ ਤੇ ਜੱਦੋਜਹਿਦ ਕਰੇਗਾ ਕਿ ਜਿਹੜੇ ਰਕਬੇ ਤੇ ਇਲਾਕੇ ਪੰਜਾਬ ਨਾਲੋਂ ਤੋੜ ਕੇ ਤੇ ਜਾਣ ਬੁੱਝ ਕੇ ਪੰਜਾਬੋਂ ਬਾਹਰ ਰੱਖੇ ਗਏ ਹਨ, ਜਿਹਾ ਕਿ ਗੁਰਦਾਸਪੁਰ ਵਿੱਚ ਡਲਹੌਜ਼ੀ, ਅੰਬਾਲਾ ਜ਼ਿਲ੍ਹੇ ਦਾ ਚੰਡੀਗੜ੍ਹ, ਪੰਜੌਰ, ਕਾਲਕਾ ਅਤੇ ਅੰਬਾਲਾ ਸਦਰ ਆਦਿਕ, ਹੁਸ਼ਿਆਰਪੁਰ ਜ਼ਿਲ੍ਹੇ ਦੀ ਸਾਰੀ ਊਨਾ ਤਹਿਸੀਲ, ਨਾਲਾਗੜ੍ਹ ਦਾ ਦੇਸ਼ ਨਾਮੀ ਇਲਾਕਾ, ਕਰਨਾਲ ਜ਼ਿਲ੍ਹੇ ਦਾ ਸ਼ਾਹਬਾਦ ਬਲਾਕ ਅਤੇ ਗੂਲਾ ਬਲਾਕ ਤੇ ਹਿਸਾਰ ਜ਼ਿਲ੍ਹੇ ਦੀ ਟੋਹਾਨਾ ਸਬ ਤਹਿਸੀਲਾਂ, ਰਤੀਆ ਬਲਾਕ ਤੇ ਸਰਸੇ ਦੀ ਤਹਿਸੀਲ, ਰਾਜਸਥਾਨ ਤੇ ਗੰਗਾਨਗਰ ਦੇ ਜ਼ਿਲ੍ਹੇ ਦੀਆਂ 6 ਤਹਿਸੀਲਾਂ ਅਤੇ ਇਹਨਾਂ ਦੇ ਨਾਲ ਲੱਗਦੇ ਪੰਜਾਬੀ ਬੋਲਦੇ ਤੇ ਸਿੱਖ ਵਸੋਂ ਦੇ ਹੋਰ ਸਾਰੇ ਇਲਾਕੇ ਤੁਰੰਤ ਪੰਜਾਬ ਵਿੱਚ ਆ ਜਾਣ ਅਤੇ ਇੱਕੋ ਇੰਤਜ਼ਾਮੀਆ ਇਕਾਈ ਬਣ ਜਾਣ ਜਿਸ ਵਿੱਚ ਸਿੱਖੀ ਤੇ ਸਿੱਖਾਂ ਦੇ ਹਿੱਤ ਵਿਸ਼ੇਸ਼ ਸੁਰੱਖਿਅਤ ਰਹਿਣ। ਬਿਨਾਂ ਕੋਈ ਵੀ ਵਿਉਂਤ ਜਾਂ ਪ੍ਰੋਗਰਾਮ ਦੱਸੇ ਬੜੀ ਹੀ ਚਲਾਕੀ ਨਾਲ ਇਸ ਗੱਲ ਨੂੰ ਇੱਥੇ ਹਮੇਸ਼ਾ ਲਈ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਅਕਾਲੀ ਲੀਡਰਸ਼ਿਪ ਅਤੇ ਮਤਾ ਲਿਖਣ ਵਾਲੇ ਬੁੱਧੀਜੀਵੀਆਂ ਨੇ ਖੁੱਲ੍ਹਾ ਰੱਖਿਆ ਹੈ ਕਿ ਉਹ ਇਸ ਹਿੱਤ ਕਰਨਗੇ ਕੀ, ਜਿਸ ਦਾ ਅਰਥ ਹੈ ਕਿ ਮੌਕਾ ਪ੍ਰਸਤ ਸਿਆਸਤ ਦਾ ਇਸਤੇਮਾਲ ਕਰਦੇ ਹੋਏ ਜਦੋਂ ਵੀ ਸੱਤਾ ਵਿੱਚ ਨਾ ਹੋਵੋ ਉਦੋਂ ਇਹਨਾਂ ਮੁੱਦਿਆਂ ਨੂੰ ਚੁੱਕ ਕੇ ਜਜ਼ਬਾਤੀ ਤੌਰ ਤੇ ਸਿੱਖਾਂ ਨੂੰ ਮੂਰਖ ਬਣਾਈ ਜਾਓ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕੀ ਜਾਓ। ਇਸ ਤੋਂ ਸਿਵਾ ਅਕਾਲੀ ਲੀਡਰਸ਼ਿਪ ਨੇ ਕਦੇ ਵੀ ਆਪਣੀ ਇਸ ਮੰਗ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਇਸ ਨਿਮਿਤ ਪ੍ਰਣ ਨੂੰ ਪੂਰਾ ਕਰਨ ਹਿੱਤ ਕੋਈ ਵੀ ਪ੍ਰੋਗਰਾਮ ਨਾ ਉਲੀਕਿਆ ਨਾ ਦਿੱਤਾ ਹੈ। ਅਕਾਲੀ ਲੀਡਰਸ਼ਿਪ ਦੀ ਇਹੋ ਹੀ ਅਮਲੀ ਆਚਰਣ ਮੇਰੇ ਇਸ ਦਾਅਵੇ ਦੀ ਪੁਸ਼ਟੀ ਕਰਦਾ ਹੈ ਕਿ ਅਕਾਲੀ ਦਲ ਨੇ ਮੌਕਾ ਪ੍ਰਸਤੀ ਤੋਂ ਕੰਮ ਲੈਂਦੇ ਹੋਏ ਇਸ ਮੁੱਦੇ ਤੇ ਲੋਕਾਂ ਨੂੰ ਹਮੇਸ਼ਾ ਜਜ਼ਬਾਤੀ ਬਣਾ ਕੇ ਅਤੇ ਉਹਨਾਂ ਨੂੰ ਮੂਰਖ ਬਣਾ ਕੇ ਵਰਤਣ ਲਈ ਖੁੱਲ੍ਹਾ ਰੱਖਿਆ ਹੋਇਆ ਹੈ। ਇਹ ਵੀ ਉਚੇਚਾ ਧਿਆਨ ਮੰਗਦੀ ਗੱਲ ਹੈ ਕਿ ਇਸ ਮੱਦ ਲਈ ਕਦੇ ਵੀ ਕੋਈ ਦੂਜਾ ਫਿਰਕਾ ਆਪਣੀ ਕੁਰਬਾਨੀ ਦੇਣ ਲਈ ਅੱਗੇ ਨਹੀਂ ਆਇਆ ਹੈ। ਅਕਾਲੀ ਦਲ ਦੀ ਸੱਤਾ ਵਿੱਚ ਭਾਈਵਾਲ ਪਾਰਟੀ ਭਾਜਪਾ ਨੇ ਕਦੇ ਵੀ ਇਸ ਮੱਦ ਲਈ ਆਪਣਾ ਰਾਜਸੀ ਐਲਾਨਨਾਮਾ ਪੇਸ਼ ਨਹੀਂ ਕੀਤਾ ਹੈ। ਅਕਾਲੀਆਂ ਦੀ ਭਾਈਵਾਲ ਇਸ ਜਮਾਤ ਨੇ ਤਾਂ ਹਮੇਸ਼ਾ ਹੀ ਪੰਜਾਬ ਦੀਆਂ ਹੱਕੀ ਅਤੇ ਸੰਵਿਧਾਨਕ ਲੋੜਾਂ, ਮੰਗਾਂ ਅਤੇ ਰਾਜਨੀਤਿਕ ਅਮਲਾਂ ਤੋਂ ਇੱਕ ਮਿੱਥੀ ਹੋਈ ਸੋਚੀ ਸਮਝੀ ਦੂਰੀ ਕਾਇਮ ਕੀਤੀ ਹੋਈ ਹੈ, ਜੋ ਸਿਰਫ ਪੰਜਾਬ ਦਾ ਖਾਣਾ ਅਤੇ ਅੰਗਰੇਜ਼ਾਂ ਵਾਂਗ ਹੀ ਪੰਜਾਬ ਦਾ ਲਹੂ ਚੂਸਣਾ ਤੇ ਸ਼ੋਸ਼ਣ ਕਰਨਾ, ਸੱਤਾ ਰਾਹੀਂ ਲੁੱਟਣਾ ਜਾਣਦੀ ਹੈ, ਪੰਜਾਬ ਨੂੰ ਦੇਣਾ ਕੁਝ ਵੀ ਨਹੀਂ ਚਾਹੁੰਦੀ। ਇਸ ਮੱਧ ਵਿਚਲੀਆਂ ਲਾਈਨਾਂ ਇਹ ਇੱਕ ਇੰਤਜ਼ਾਮੀਆ ਇਕਾਈ ਬਣ ਜਾਵੇ ਅਤੇ ਜਿਸ ਵਿੱਚ ਸਿੱਖੀ ਅਤੇ ਸਿੱਖਾਂ ਦੇ ਹਿੱਤ ਵਿਸ਼ੇਸ਼ ਸੁਰੱਖਿਅਤ ਰਹਿਣ ਤੇ ਖਾਸ ਤਵੱਜੋ ਦੇਣ ਦੀ ਲੋੜ ਹੈ। ਜੇ ਮੰਨ ਵੀ ਲਿਆ ਜਾਵੇ ਕਿ ਪੰਜਾਬੋਂ ਬਾਹਰ ਰਹਿ ਗਏ ਇਲਾਕਿਆਂ ਲਈ ਅਕਾਲੀ ਦਲ ਕੁਝ ਵੀ ਨਹੀਂ ਕਰ ਸਕਦਾ ਸੀ, ਤਾਂ ਕੀ ਅਕਾਲੀ ਦਲ ਕਿ ਪੰਜਾਬ ਵਿੱਚ ਸੱਤਾ ਵਿੱਚ ਹੁੰਦਿਆਂ ਪੰਜਾਬ ਨੂੰ ਇੱਕ ਅਜਿਹੀ ਇੰਤਜ਼ਾਮੀਆ ਇਕਾਈ ਬਣਾਉਣ ਵਿੱਚ ਸਮਰੱਥ ਸੀ ਜਾਂ ਨਹੀਂ ਜਿਸ ਵਿੱਚ ਸਿੱਖੀ ਅਤੇ ਸਿੱਖਾਂ ਦੇ ਹਿੱਤ ਵਿਸ਼ੇਸ਼ ਤੌਰ ਤੇ ਸੁਰੱਖਿਅਤ ਹੋ ਜਾਂਦੇ, ਜਿਸ ਦਾ ਵਾਅਦਾ ਅਕਾਲੀ ਦਲ ਆਪਣੀ ਇਸ ਰਾਜਸੀ ਮੰਗ ਦੀ ਮੱਦ ਨੰਬਰ 1 ਵਿੱਚ ਖੁੱਲ੍ਹਮ ਖੁੱਲ੍ਹਾ ਕਰਦਾ ਪਿਆ ਹੈ। ਪੰਜਾਬ ਦੇ ਰਾਜਨੀਤਿਕ ਵਿਸ਼ਲੇਸ਼ਣਕਾਰਾਂ, ਸਿੱਖ ਬੁੱਧੀਜੀਵੀਆਂ ਅਤੇ ਮੀਡੀਏ ਨੂੰ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਘੋਖ ਕਰਨੀ ਬਣਦੀ ਸੀ, ਜੋ ਇਹਨਾਂ ਸਮਿਆਂ ਵਿੱਚ ਨਹੀਂ ਕੀਤੀ ਗਈ ਹੈ।
ਸੱਤਾ ਵਿੱਚ ਹੁੰਦੇ ਹੋਏ ਅਕਾਲੀ ਦਲ ਅਜਿਹਾ ਇੰਤਜ਼ਾਮੀਆ ਪ੍ਰਬੰਧ ਪੰਜਾਬ ਵਿਧਾਨ ਸਭਾ ਰਾਹੀਂ ਬੜੇ ਹੀ ਸੁਖਾਲੇ ਢੰਗ ਨਾਲ ਕਰ ਸਕਦਾ ਸੀ ਅਤੇ ਜੇ ਚਾਹੇ ਤਾਂ ਹੁਣ ਅੱਜ ਵੀ ਕਰ ਸਕਦਾ ਹੈ। ਜਦ ਅਕਾਲੀ ਦਲ ਦਾ ਸੁਪਰੀਮੋ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹੀ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਦੀ ਵਿਕਾਸ ਨੂੰ ਮਿਲੀ ਵੋਟ ਦਲੀਲ ਦੀ ਘਾਟ ਕਰਦੇ ਹੋਏ ਸਪਸ਼ਟ ਕਰਦਾ ਹੈ ਕਿ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਅਤੇ ਖੁਸ਼ ਕਰਨ ਨਾਲ ਹੀ ਸੱਤਾ ਮੁੜ ਮਿਲੀ ਹੈ, ਤਾਂ ਉਹਨਾਂ ਦੇ ਇਸ ਤੱਥ ਤੋਂ ਬਹੁਤ ਕੁਝ ਪ੍ਰਗਟ ਹੁੰਦਾ ਹੈ। ਸ਼੍ਰੀ ਬਾਦਲ ਦੇ ਪੰਜਾਬ ਵਿੱਚ NRI ਸੰਮੇਲਨ ਵਿੱਚ ਅਜੀਤ ਅਖਬਾਰ ਦੇ ਮੁੱਖ ਪੰਨੇ ਤੇ ਛਪੀ ਖਬਰ ਅਨੁਸਾਰ 6 ਜਨਵਰੀ 2013 ਨੂੰ ਦਿੱਤੇ ਇਸ ਬਿਆਨ ਨੇ ਸ਼੍ਰੀ ਬਾਦਲ ਦੀ ਉਸ ਆਤਮਾ ਦੀ ਆਵਾਜ਼ ਨੂੰ ਜਗ ਜ਼ਾਹਿਰ ਕੀਤਾ ਹੈ ਜਿਸ ਨੂੰ ਕਿ ਉਹ ਬੜੇ ਹੀ ਮੀਸਨੇ ਢੰਗ ਨਾਲ ਹਮੇਸ਼ਾ ਹੀ ਲੋਕਾਂ ਤੋਂ ਲੁਕੋ ਕੇ ਰੱਖਦੇ ਆਏ ਹਨ। ਪਹਿਲਾਂ ਸ਼੍ਰੀ ਬਾਦਲ ਦਾ ਅਖਬਾਰਾਂ ਵਿੱਚ ਛਪਿਆ ਬਿਆਨ ਪੜ੍ਹਨ ਦੀ ਲੋੜ ਹੈ, ਜੋ ਇੰਜ ਹੈ। ਕੀ ਉਚਰੇ ਵੱਡੇ ਬਾਦਲ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਵਿੱਚ ਇਹ ਕੁਝ ਕਿਹਾ। ਮਜੀਠੀਆ ਸਾਹਿਬ ਕਦੇ ਜੇਲ੍ਹ ਗਏ ਹੋ? ਮੈਂ 17 ਸਾਲ ਜੇਲ੍ਹ ਗਿਆ ਹਾਂ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਤੇ ਅਜੀਤ ਸਿੰਘ ਕੁਹਾੜ ਵੀ ਜੇਲ੍ਹ ਗਏ ਹਨ। ਤੁਹਾਨੂੰ ਤਾਂ ਪੱਕੀ ਪਕਾਈ ਮਿਲ ਗਈ। NRI ਸੰਮੇਲਨ ਦੀ ਕਾਮਯਾਬੀ ਤੇ ਜ਼ਿਆਦਾ ਖੁਸ਼ ਨਾ ਹੋਵੋ, ਇਸ ਨੇ ਸਰਕਾਰ ਨਹੀਂ ਬਣਾਉਣੀ। ਸਰਕਾਰ ਤਾਂ ਹੇਠਲੇ ਲੋਕਾਂ ਨੇ ਬਣਾਉਣੀ ਹੈ। ਸੁਖਬੀਰ ਸਿੰਘ ਬਾਦਲ ਵੱਲੋਂ 2 ਦਿਨਾਂ ਤੋਂ ਗਾਏ ਜਾ ਰਹੇ ਵਿਕਾਸ ਦੇ ਸੋਹਲਿਆਂ ਦੀ ਫੂਕ ਕੱਢਦਿਆਂ ਮੁੱਖ ਮੰਤਰੀ ਨੇ ਕਿਹਾ, ਇਕੱਲੇ ਵਿਕਾਸ ਨਾਲ ਹੀ ਵੋਟਾਂ ਨਹੀਂ ਪੈਂਦੀਆਂ, ਹਰ ਫਿਰਕੇ, ਜਾਤ ਤੇ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਤੇ ਸਭਨਾਂ ਲਈ ਕੁਝ ਕਰਨਾ ਪੈਂਦਾ ਹੈ, ਤਾਂ ਹੀ ਲੋਕ ਵੋਟਾਂ ਪਾਉਂਦੇ ਹਨ। ਅਸੀਂ ਪਿਛਲੀ ਵਾਰ ਇਹ ਸਭ ਕੁਝ ਕੀਤਾ। ਇਹ ਬਿਆਨ ਸਰਦਾਰ ਬਾਦਲ ਦੀ ਸਿਆਸਤ ਦੀ ਪੂਰੀ ਉਮਰ ਦੇ ਉਸ ਰਹੱਸ ਨੂੰ ਪ੍ਰਗਟਾਉਂਦਾ ਹੈ ਜਿਸ ਰਾਹੀਂ ਉਹ ਸੱਤਾ ਵਿੱਚ ਬਣੇ ਰਹਿੰਦੇ ਹਨ। ਨਾਲ ਹੀ ਨਾਲ ਇਹ ਬਿਆਨ ਸ਼੍ਰੀ ਬਾਦਲ ਦੇ ਉਸ ਰਹੱਸ ਨੂੰ ਵੀ ਪ੍ਰਗਟ ਕਰਦਾ ਹੈ ਕਿ ਉਹ ਪੂਰੀ ਉਮਰ ਸਿੱਖ ਕੌਮ ਲਈ ਕੁਝ ਵੀ ਅਜਿਹਾ ਨਹੀਂ ਸਨ ਕਰਨਾ ਚਾਹੁੰਦੇ ਜਿਸ ਦਾ ਜ਼ਿਕਰ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀਤਾ ਗਿਆ ਹੈ। ਉਹ ਆਪਣੀ ਪੂਰੀ ਉਮਰ ਦੀ ਸਿਆਸੀ ਬਸਾਤ ਵਿੱਚ ਨਿਰੰਕਾਰੀਆਂ ਲਈ, ਰਾਧਾ ਸੁਆਮੀਆਂ ਲਈ, ਨਾਮਧਾਰੀਆਂ ਲਈ, ਸਰਸੇ ਵਾਲੇ ਲਈ, ਪਨਿਆਰੇ ਵਾਲੇ ਲਈ, ਆਸ਼ੂਤੋਸ਼ ਲਈ, RSS ਲਈ, ਆਸਾਰਾਮ ਲਈ, ਨੂਰ ਮਹਿਲੀਏ ਅਤੇ ਡੇਰਾ ਬੱਲਾ ਤੇ ਹੋਰ ਦੇਹਧਾਰੀ ਡੇਰੇਦਾਰ ਸਿਖਰਲੀ ਤੇ ਸ਼੍ਰੋਮਣੀ ਪਹਿਲ ਤੇ ਹੀ ਹਮੇਸ਼ਾ ਰੱਖਦੇ ਰਹੇ ਹਨ। ਸਿੱਖ ਕੌਮ, ਖਾਲਸਾ ਪੰਥ ਅਤੇ ਸਿੱਖੀ ਨੂੰ ਹਮੇਸ਼ਾ ਸ਼ੋਸ਼ਣ ਲਈ ਵਰਤਣ ਦੇ ਹੀ ਏਜੰਡੇ ਤੇ ਚੱਲਦੇ ਆ ਰਹੇ ਹਨ। ਇਹੋ ਕਾਰਨ ਹੈ ਕਿ ਸਿੱਖ ਅਤੇ ਸਿੱਖੀ ਤੋਂ ਸਿਵਾ ਸ਼੍ਰੀ ਬਾਦਲ ਨੇ ਹਰ ਜਾਤ, ਧਰਮ, ਡੇਰੇ, ਸਾਧ ਅਤੇ ਦੇਹਧਾਰੀ ਪਾਖੰਡੀ ਲਈ ਬਹੁਤ ਕੁਝ ਕੀਤਾ ਹੈ, ਪਰ ਸਿੱਖ ਅਤੇ ਸਿੱਖੀ ਲਈ ਆਪਣਾ ਉਹ ਕੌਲ ਇਕਰਾਰ ਜੋ ਅਨੰਦਪੁਰ ਸਾਹਿਬ ਮਤੇ ਦੀ ਸਿਆਸੀ ਮੰਗ ਨੰਬਰ 1 ਦੀ ਊੜਾ ਪੰਜਾਬ ਇੱਕ ਅਜਿਹੀ ਇੰਤਜ਼ਾਮੀਆ ਇਕਾਈ ਬਣ ਜਾਵੇ ਅਤੇ ਜਿਸ ਵਿੱਚ ਸਿੱਖੀ ਅਤੇ ਸਿੱਖਾਂ ਦੇ ਹਿੱਤ ਵਿਸ਼ੇਸ਼ ਸੁਰੱਖਿਅਤ ਰਹਿਣ ਅਨੁਸਾਰ ਕੁਝ ਵੀ ਨਹੀਂ ਕੀਤਾ ਹੈ। ਸ਼੍ਰੀ ਬਾਦਲ ਨੇ ਅਤੇ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖਾਂ ਨੂੰ ਵਰਤ ਕੇ ਸੱਤਾ ਤਾਂ ਹਾਸਲ ਕੀਤੀ ਹੈ ਤੇ ਇੰਜ ਮਿਲੀ ਸੱਤਾ ਰਾਹੀਂ ਹਮੇਸ਼ਾ ਹੀ ਸਿੱਖ ਹਿੱਤਾਂ, ਸਿੱਖੀ ਅਤੇ ਪੰਥ ਦਾ ਘਾਣ ਹੀ ਕੀਤਾ ਹੈ। ਅਕਾਲੀ ਦਲ ਪਾਸ ਗਿਣਾਉਣ ਜੋਗਾ ਇੱਕ ਵੀ ਅਜਿਹਾ ਕੰਮ ਨਹੀਂ ਹੈ ਜਿਸ ਰਾਹੀਂ ਉਹ ਇਹ ਦਾਅਵਾ ਕਰ ਸਕੇ ਕਿ ਉਸ ਨੇ ਸਿੱਖ ਹਿੱਤਾਂ ਦੀ ਵਿਸ਼ੇਸ਼ ਰੱਖਿਆ ਲਈ ਪੰਜਾਬ ਸਰਕਾਰ ਦੇ ਮੁਖੀ ਹੁੰਦੇ ਹੋਏ ਕੋਈ ਕੰਮ ਕੀਤਾ ਹੋਵੇ। ਹਾਂ, ਸਿੱਖ ਹਿੱਤਾਂ ਅਤੇ ਹੱਕਾਂ ਨੂੰ ਮਾਰ ਮੁਕਾਉਣ ਅਤੇ ਖਾਲਸਾ ਪੰਥ ਨੂੰ ਸ਼ਿਕਸਤ ਦੇਣ ਲਈ ਕਿੱਤੇ ਕੰਮਾਂ ਦੀ ਇੱਕ ਲੰਮੀ ਲਿਸਟ ਮੌਜੂਦ ਹੈ, ਜਿਸ ਦੀ ਗਵਾਹੀ ਵਿੱਚ ਇਹੋ ਮੱਦ ਅਤੇ ਚਰਚਾ ਕਰ ਰਹੇ ਇਸੇ ਕੌਲ ਇਕਰਾਰ ਨੂੰ ਲਿਆ ਜਾ ਸਕਦਾ ਹੈ ਜੋ ਸਾਰੀ ਸੱਚਾਈ ਨੂੰ ਸਵੈ ਸਿੱਧ ਕਰਦੇ ਹੋਏ ਪਾਠਕਾਂ ਸਨਮੁਖ ਰੱਖਦਾ ਹੈ। ਸ਼੍ਰੀ ਬਾਦਲ ਦਾ ਦਿੱਤਾ ਸੱਜਰਾ ਬਿਆਨ ਅਕਾਲੀ ਦਲ ਦੇ ਇਸੇ ਲੁਕਵੇਂ ਏਜੰਡੇ ਨੂੰ ਹੀ ਪ੍ਰਤੱਖ ਕਰਦਾ ਹੈ ਕਿ ਅਕਾਲੀ ਸਿੱਖ ਵੋਟਰ ਨੂੰ ਨਿਹਾਇਤ ਮੂਰਖ ਬਣਾ ਕੇ ਅਤੇ ਮੋਰਚਿਆਂ ਵਿੱਚ ਘਿਸਾ ਕੇ ਜੜ ਅਚੇਤ ਮਨੋਬਿਰਤੀ ਵਿੱਚ ਲਿਜਾਉਣ ਤੋਂ ਬਾਅਦ ਆਪਣਾ ਜਰ ਖਰੀਦ ਗੁਲਾਮ ਬਣਾ ਕੇ ਸਿਆਸਤ ਵਿੱਚ ਉਤਰੇ ਹੋਏ ਹਨ, ਜੋ ਇਹ ਮੰਨਦੇ ਹਨ ਕਿ ਸਿੱਖ ਵਰਗ ਤੋਂ ਸਿਵਾ ਬਾਕੀ ਹਰ ਵਰਗ ਨੂੰ ਖੁਸ਼ ਕਰਨਾ ਅਤੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਨਾਲ ਹੀ ਉਹਨਾਂ ਨੂੰ ਸੱਤਾ ਮਿਲ ਸਕਦੀ ਹੈ। ਪੰਜਾਬ ਦੇ ਬਹੁਤ ਸੰਖਿਅਕ ਵਰਗ ਜੱਟ ਸਿੱਖ ਵੋਟਰ ਨੂੰ ਅਕਾਲੀ ਆਪਣਾ ਖਰੀਦਿਆ
ਸੀਰੀ ਮੰਨ ਕੇ ਹੀ ਤੁਰਦਾ ਆ ਰਿਹਾ ਹੈ। ਅਕਾਲੀਆਂ ਦਾ ਵਰਤਾਰਾ ਹੈ ਕਿ ਜਦ ਇਹ ਸੀਰੀ ਕਿਸੇ ਦੂਜੇ ਨਾਲ ਰਲਣ ਲੱਗੇ ਤਾਂ ਇਸ ਨੂੰ ਨਿੱਜੀ ਗਰਜਾਂ ਤੇ ਸਵਾਰਥਾਂ ਦੇ ਲਾਲਚ ਦੇ ਕੇ ਆਪਣਾ ਬਣਾ ਲਓ। ਜੇ ਨਾ ਮੰਨੇ ਤਾਂ ਇਸ ਦੇ ਹੀ ਧਰਮ ਯੁੱਧ ਵਿੱਚ ਮਰਵਾਉਣ ਤੇ ਖੱਜਲ ਖੁਆਰ ਕਰਵਾ ਦੇਣ ਲਈ ਇਸੇ ਤੋਂ ਹੀ ਮੋਰਚਾ ਲਵਾ ਦਿਓ। ਇਸ ਤੋਂ ਵੱਧ ਇਸ ਨੂੰ ਕੌਮੀ ਪੱਧਰ ਤੇ ਕੁਝ ਨਾ ਦਿਓ। ਜਾਤੀ ਪੱਧਰ ਤੇ ਨਿੱਜੀ ਗਰਜਾਂ ਅਤੇ ਸਵਾਰਥਾਂ ਦੇ ਮੁਫਤ ਖੋਰੀ ਲਾਲੀਪਾਪ ਦੇ ਕੇ ਨਸ਼ੇ ਦੀ ਬੋਤਲ ਵਿੱਚ ਟੁਣ ਕਰ ਆਪਣੀਆਂ ਸੱਤਾ ਸਵਾਰਥਾਂ ਦੀਆਂ ਗਰਜ਼ਾਂ ਲਈ ਮੁਸ਼ੱਕਤ ਕਰਵਾਈ ਜਾਓ ਤੇ ਚੌਧਰਾਂ ਦਾ ਹੰਕਾਰੀ ਹਰਾ ਇਹਨਾਂ ਨੂੰ ਪਾਈ ਜਾਓ। ਕੁੱਲ ਮਿਲਾ ਕੇ ਅਕਾਲੀ ਦਲ ਨੇ ਖਾਲਸਾ ਪੰਥ ਨਾਲ ਇਹੋ ਵਰਤਾਰਾ ਬਣਾਇਆ ਹੋਇਆ ਹੈ। ਪੰਜਾਬ ਦੇ ਬਹੁਤ ਸੰਖਿਅਕ ਜੱਟ ਵੋਟਰ ਨੇ ਇਸ ਨੂੰ ਸਵੀਕਾਰਿਆ ਹੋਇਆ ਹੈ। ਜਿੱਥੋਂ ਤੱਕ ਅਕਾਲੀ ਦਲ ਦੀ ਸਿਆਸੀ ਮੰਗ ਨੰਬਰ 1 ਦੇ ਊੜਾ ਦਾ ਪੰਜਾਬੀ ਬੋਲਦੇ ਇਲਾਕਿਆਂ ਸੰਬੰਧੀ ਪਹੁੰਚ ਦਾ ਤੱਥ ਆਧਾਰਿਤ ਪੱਖ ਹੈ ਤਾਂ ਉਹ ਇਹ ਹੈ ਕਿ ਅਕਾਲੀ ਦਲ ਨੇ ਇੰਜ ਪੂਰੀ ਸਿੱਖ ਕੌਮ ਨੂੰ ਹਮੇਸ਼ਾ ਲਈ ਧੋਖਾ ਦਿੰਦੇ ਰਹਿਣ ਦਾ ਇੱਕ ਹਮੇਸ਼ਾ ਕਾਇਮ ਰਹਿਣ ਵਾਲਾ ਰਾਹ ਕੱਢਿਆ ਹੋਇਆ ਹੈ। ਇਹ ਹਾੜ ਦੇ ਚੜੇ ਸੂਰਜ ਵਰਗੀ ਸੱਚਾਈ ਹੈ ਕਿ ਭਾਰਤ ਸਰਕਾਰ ਨੇ ਸਿੱਖ ਕੌਮ ਤੇ ਬੇਭਰੋਸਗੀ ਰੱਖਦੇ ਹੋਏ ਪੰਜਾਬੀ ਸੂਬੇ ਦਾ ਗਠਨ ਇੰਜ ਕੀਤਾ ਕਿ ਇਸ ਨਾਲ ਘੱਟ ਤੋਂ ਘੱਟ ਇਲਾਕਾ ਪੰਜਾਬ ਨੂੰ ਮਿਲੇ। ਅਜਿਹੀ ਵਿਸ਼ ਭਰਪੂਰ ਸੋਚਣੀ ਤੇ ਕਰਨੀ ਲਈ ਭਾਰਤ ਸਰਕਾਰ ਅਤੇ ਦੇਸ਼ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਜਦ ਪੰਜਾਬ ਦੀ ਵੰਡ ਹੋਈ ਤਾਂ ਉਸ ਵਕਤ ਸਰਕਾਰ ਕਾਂਗਰਸ ਪਾਰਟੀ ਦੀ ਸੀ। ਇਸ ਲਈ ਪੰਜਾਬੀ ਸੂਬੇ ਦੀ ਗਲਤ ਹੱਦਬੰਦੀ ਲਈ ਇਹ ਸਿਆਸੀ ਜਮਾਤ ਕਾਂਗਰਸ ਮੁੱਖ ਦੋਸ਼ੀ ਸਾਬਤ ਹੁੰਦੀ ਹੈ। ਅੱਜ ਦੀ ਭਾਜਪਾਈ ਲੀਡਰਸ਼ਿਪ ਜੋ ਉਸ ਵਕਤ ਜਨਸੰਘ ਹੁੰਦੀ ਸੀ ਨੇ ਵੀ ਅਕਾਲੀ ਦਲ ਦਾ ਵਿਰੋਧ ਕੀਤਾ ਸੀ। ਇਸ ਨੇ ਹਿੰਦੂਆਂ ਵਿੱਚ ਫਿਰਕਾ ਪ੍ਰਸਤੀ ਦੀ ਸਿਖਰ ਲਿਆ ਕੇ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁਨਕਰ ਹੋ ਜਾਣ ਲਈ ਲਾਮਬੰਦ ਕੀਤਾ ਸੀ। ਪਰ ਅਕਾਲੀ ਦਲ ਮੁੱਖ ਮੰਗ ਕਰਤਾ ਸੀ ਤੇ ਉਸ ਵੱਲੋਂ ਇਸ ਅਨਿਆਕਾਰੀ ਵੰਡ ਨੂੰ ਸਵੀਕਾਰ ਕਰਕੇ ਖੁਦ ਧੋਖਾ ਕੀ ਨਹੀਂ ਸੀ ਦਿੱਤਾ। 1947 ਵਿੱਚ ਆਪਣਾ ਹੱਕ ਜਿਵੇਂ ਗਵਾਉਣ ਤੋਂ ਬਾਅਦ ਸਿੱਖ ਹੋਮਲੈਂਡ ਦੀ ਗੱਲ ਛੇੜਨ ਵਾਲਾ ਅਕਾਲੀ ਦਲ ਮੁੜ ਉਸੇ ਰਾਗ ਨੂੰ ਫਿਰ ਅਲਾਪਣ ਲੱਗ ਗਿਆ ਕਿ ਪੰਜਾਬੀ ਬੋਲਦੇ ਪੰਜਾਬ ਤੋਂ ਖੋਹੇ ਇਲਾਕੇ ਉਹ ਮੁੜ ਪੰਜਾਬ ਨਾਲ ਮਿਲਾਉਣਗੇ। ਅਕਾਲੀ ਦਲ ਆਪਣੀ ਇਹ ਮੰਗ ਕਿਵੇਂ ਪੂਰੀ ਕਰੇਗਾ ਦਾ ਕੋਈ ਵੀ ਸੰਵਿਧਾਨਕ, ਕਾਨੂੰਨੀ ਅਤੇ ਲੋਕਤੰਤਰੀ ਪ੍ਰੋਗਰਾਮ ਆਪਣੇ ਵੱਲੋਂ ਅਤੇ ਆਪਣੀਆਂ ਬਣਾਈਆਂ ਸਰਕਾਰਾਂ ਵੱਲੋਂ ਨਹੀਂ ਦੱਸਦਾ ਹੈ, ਜੋ ਕਾਂਗਰਸ ਪਾਰਟੀ ਨਾਲੋਂ ਵੀ ਵੱਡਾ ਧੋਖਾ ਬਣ ਕੇ ਸਾਹਮਣੇ ਆਉਂਦਾ ਹੈ। ਇਹ ਇਸ ਤੱਥ ਨੂੰ ਵੀ ਪ੍ਰਮਾਣਿਤ ਕਰਦਾ ਹੈ ਕਿ ਅਕਾਲੀ ਦਲ ਦੀ ਤਤਕਾਲੀ ਅਤੇ ਵਰਤਮਾਨ ਲੀਡਰਸ਼ਿਪ ਨੇ ਜੋ ਗਲਤੀ 1947 ਦੀ ਦੇਸ਼ ਵੰਡ ਵੇਲੇ ਕੀਤੀ ਸੀ ਉਸ ਤੋਂ ਵੀ ਉਹਨਾਂ ਨੇ ਗੁਜ਼ਰੇ 20 ਸਾਲਾਂ ਵਿੱਚ ਕੁਝ ਵੀ ਨਹੀਂ ਸੀ ਸਿੱਖਿਆ। ਤਾਂ ਹੀ ਤਾਂ 1966 ਵਿੱਚ ਫਿਰ ਉਸੇ ਤਰ੍ਹਾਂ ਦੀ ਉਸੇ ਹੀ ਲੀਡਰਸ਼ਿਪ ਵੱਲੋਂ ਉਸੇ ਹੀ ਸਿੱਖ ਕੌਮ ਨਾਲ ਉਹੀ ਹੋਣੀ ਵਰਤਾ ਦਿੱਤੀ ਗਈ ਹੈ, ਜੋ ਤੱਥ ਇਸ ਸੱਚ ਨੂੰ ਵੀ ਸਾਬਤ ਕਰਦਾ ਹੈ ਕਿ ਸਮੁੱਚੀ ਸਿੱਖ ਕੌਮ ਨੇ ਵੀ ਇਹਨਾਂ ਸਾਲਾਂ ਵਿੱਚ ਆਪਣੀ ਭਵਿੱਖਤ ਸਿਆਸਤ ਦੀ ਦਸ਼ਾ ਤੇ ਦਿਸ਼ਾ ਤੇ ਕੋਈ ਵੀ ਆਤਮ ਪੜਚੋਲ ਨਹੀਂ ਸੀ ਕੀਤੀ। ਜੇ ਕੀਤੀ ਹੁੰਦੀ ਤਾਂ ਕੌਮੀ ਪੱਧਰ ਤੇ ਸਿੱਖ ਕੌਮ ਨਾਲ ਅਜਿਹਾ ਬਾਰ-ਬਾਰ ਨਾ ਵਾਪਰਦਾ। ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਤਾਂ ਇਹ ਦਲ ਅਤੇ ਇਸ ਦੀ ਲੀਡਰਸ਼ਿਪ ਵੀ ਲਗਾਤਾਰ ਸਿੱਖ ਕੌਮ ਨਾਲ ਇਸ ਮੱਧ ਨੂੰ ਲੈ ਕੇ ਵਿਸਾਘਾਤ ਹੀ ਕਰਦੀ ਚਲੀ ਆ ਰਹੀ ਹੈ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਜਦ ਇਹ ਪ੍ਰਣ ਕਰਦੇ ਹਨ ਕਿ ਹਰ ਸੰਭਵ ਯਤਨ ਅਤੇ ਜੱਦੋ-ਜਹਿਦ ਕਰਨਗੇ ਤਾਂ ਅਕਾਲੀ ਆਪਣੀ ਸੱਤਾ ਲਈ ਅਤੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀ ਕੁਰਸੀ ਹਾਸਲ ਕਰਨ ਲਈ ਸਿਆਸੀ ਜੱਦੋ-ਜਹਿਦ ਧਰਮ ਨੂੰ ਢਾਲ ਅਤੇ ਆਧਾਰ ਬਣਾ ਕੇ ਤਾਂ ਕਰਦੇ ਨਜ਼ਰ ਆਉਂਦੇ ਹਨ, ਪਰ ਕਿਤੇ ਵੀ ਆਪਣੇ ਕੀਤੇ ਵਾਅਦਿਆਂ ਅਤੇ ਅਰਦਾਸਾਂ ਨੂੰ ਪੂਰਾ ਕਰਨ ਹਿੱਤ ਸਿਆਸੀ ਜੱਦੋ-ਜਹਿਦ, ਕੋਈ ਵਿਧਾਨਕ ਚਾਰਜੋਈ ਅਤੇ ਕੋਈ ਵੀ ਕਾਨੂੰਨੀ ਕੰਮ ਕਰਦੇ ਨਹੀਂ ਦਿਖਦੇ ਹਨ। ਕੋਈ ਵੀ ਅਕਾਲੀ ਮੁੱਖ ਮੰਤਰੀ ਆਪਣੇ ਦਲ ਦੇ ਏਜੰਡੇ ਵਿੱਚ ਸਿੱਖ ਕੌਮ ਨੂੰ ਦਿੱਤੇ ਭਰੋਸਿਆਂ, ਵਾਅਦਿਆਂ, ਕੌਲ ਇਕਰਾਰਾਂ ਨੂੰ ਪੂਰਾ ਕਰਦੇ ਜਾਂ ਉਹਨਾਂ ਤੇ ਅਮਲ ਕਰਦੇ ਕਦੇ ਵੀ ਕਿਸੇ ਨੇ ਨਹੀਂ ਵੇਖਿਆ ਹੈ। ਸ਼੍ਰੀ ਪ੍ਰਕਾਸ਼ ਸਿੰਘ ਬਾਦਲ 5ਵੀਂ ਵਾਰ ਪੰਜਾਬ ਦਾ ਅਕਾਲੀ ਮੁੱਖ ਮੰਤਰੀ ਬਣ ਕੇ ਵੀ ਖੁਦ ਆਪਣੇ ਹੀ ਵੱਲੋਂ ਅਕਾਲੀ ਦਲ ਦਾ ਨਿਯਤ ਕੀਤਾ ਸਿੱਖ ਏਜੰਡਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਸੰਬੰਧੀ ਏਜੰਡਾ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਭਗੌੜਾ ਹੋਇਆ ਫਿਰਦਾ ਹੈ। ਸਪਸ਼ਟ ਹੀ ਇਸ ਮੰਗ ਨੂੰ ਲੈ ਕੇ ਧਰਮ ਯੁੱਧ ਮੋਰਚਾ ਲਾਉਣਾ ਅਤੇ ਧਰਮ ਯੁੱਧ ਮੋਰਚੇ ਦੀ ਇਹ ਇੱਕ ਮੰਗ ਬਣਾਉਣਾ ਆਪਣੇ ਆਪ ਵਿੱਚ ਖਾਲਸਾ ਪੰਥ ਨਾਲ, ਸਿੱਖ ਧਰਮ ਨਾਲ ਅਤੇ ਸਿੱਖੀ ਨਾਲ ਸਿੱਧਾ ਧਰੋ ਨਹੀਂ ਤਾਂ ਫਿਰ ਹੋਰ ਕੀ ਹੈ।
ਸਿੱਖਾਂ ਨੂੰ ਤਹੱਮਲ ਨਾਲ ਸੋਚਣਾ ਚਾਹੀਦਾ ਹੈ ਕਿ ਜੇ ਇਹ ਇਲਾਕੇ ਪੰਜਾਬ ਨਾਲ ਰਲਾ ਵੀ ਦਿੱਤੇ ਜਾਂਦੇ ਹਨ ਤਾਂ ਕੌਮੀ ਪੱਖੋਂ, ਧਰਮ ਪੱਖੋਂ, ਪੰਥਕ ਪੱਖ ਤੋਂ ਅਤੇ ਖਾਲਸਾ ਪੰਥ ਦੇ ਸਿਧਾਂਤਕ ਪੱਖ ਤੋਂ ਧਰਮ ਨੂੰ, ਸਿੱਖੀ ਨੂੰ ਕੀ ਵਿਸ਼ੇਸ਼ਤਾ ਜਾਂ ਉੱਚਤਾ ਹਾਸਲ ਹੋਵੇਗੀ ਅਤੇ ਜਦ ਇਹ ਹਾਲੇ ਤੱਕ ਪੰਜਾਬ ਨਾਲ ਨਹੀਂ ਰਲੇ ਹਨ ਤਾਂ ਸਿੱਖੀ ਨੂੰ ਅਤੇ ਧਰਮ ਨੂੰ, ਪੰਜਾਬ ਨੂੰ ਅਤੇ ਪੰਥ ਨੂੰ ਇਸ ਨਾਲ ਕੀ ਨੁਕਸਾਨ ਹੋਏ ਹਨ। ਕਿ ਅਕਾਲੀ ਦਲ ਅਤੇ ਬੁੱਧੀਜੀਵੀ ਇਸ ਦਾ ਸਪਸ਼ਟ ਅਤੇ ਸਿੱਧਾ ਜਵਾਬ ਦੇਣਗੇ। ਮੇਰੇ ਹਿਸਾਬ ਨਾਲ ਇੰਜ ਹੋਇਆਂ ਵੀ ਸਿੱਖੀ ਨੂੰ ਅਤੇ ਸਿੱਖ ਧਰਮ ਨੂੰ ਕੁਝ ਹਾਸਲ ਨਹੀਂ ਹੁੰਦਾ ਅਤੇ ਜਿੱਥੋਂ ਤੱਕ ਧਰਮ ਦਾ ਸਬੰਧ ਹੈ ਤਾਂ ਇਹਨਾਂ ਇਲਾਕਿਆਂ ਦੇ ਪੰਜਾਬ ਨਾ ਕਹਾਉਣ ਨਾਲ ਵੀ ਸਿੱਖ ਧਰਮ ਦਾ ਕੋਈ ਨੁਕਸਾਨ ਨਹੀਂ ਹੁੰਦਾ। ਸਿੱਖੀ ਦਾ ਸਬੰਧ ਇਲਾਕਿਆਂ ਨਾਲ ਨਹੀਂ, ਮਨੁੱਖਾਂ ਵਿਚਲੀ ਮਨੁੱਖਤਾ ਨਾਲ ਹੈ। ਇਸ ਗੱਲ ਨੂੰ ਅਕਾਲੀ ਦਲ ਸਮਝ ਹੀ ਨਹੀਂ ਸਕਿਆ। ਅਕਾਲੀ ਦਲ ਇਹ ਵੀ ਨਹੀਂ ਸਮਝ ਸਕਿਆ ਅਤੇ ਪੰਥ ਨੂੰ ਸਮਝਾ ਸਕਿਆ ਕਿ ਲੋਕਤੰਤਰੀ ਸਮਾਜ ਅਤੇ ਪ੍ਰਬੰਧਕੀ ਦੇਸ਼ ਕਾਲ ਵਿੱਚ ਭੂਗੋਲਿਕ ਹੱਕਾਂ ਅਤੇ ਰਾਜਸੀ ਅਧਿਕਾਰਾਂ ਵਿੱਚ ਵੀ ਜੇ ਪੰਥ ਨੇ 1947 ਵਿੱਚ ਮਾਤ ਖਾਧੀ ਹੈ ਤਾਂ ਉਹ ਵੀ ਮਨੁੱਖਾਂ ਦੀ ਘੱਟ ਗਿਣਤੀ ਕਰਕੇ ਖਾਧੀ ਹੈ। ਇਲਾਕਿਆਂ ਵਿੱਚ ਤਾਂ ਬਹੁਤ ਵਡੇਰੇ ਭੂਗੋਲਿਕ ਭੂ-ਭਾਗ ਵਿੱਚ ਸਿੱਖੀ ਸੀ। ਸਿੱਖ ਵਸੋਂ ਦੀ ਘਣਤਾ ਅਤੇ ਆਬਾਦੀ ਦੀ ਲੋੜ ਸ਼੍ਰੋਮਣੀ ਹੈ ਜਿਸ ਨੂੰ ਖੋਰਾ ਲਾਇਆ ਜਾ ਰਿਹਾ ਹੈ। ਜਿੱਥੋਂ ਤੱਕ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਨਾਲ ਰਲਾਉਣ ਦਾ ਸੰਬੰਧ ਹੈ ਤਾਂ ਅਕਾਲੀ ਦਲ ਵੱਲੋਂ ਆਪਣੇ ਰਾਜਸੀ ਨਿਸ਼ਾਨੇ ਨਿਮਿਤ ਪ੍ਰਗਟ ਕੀਤੇ ਗਏ ਇਸ ਪ੍ਰਣ ਕਿ ਹਰ ਸੰਭਵ ਯਤਨ ਅਤੇ ਜੱਦੋ-ਜਹਿਦ ਕਰਦਾ ਰਹੇਗਾ ਲਈ ਸ਼੍ਰੋਮਣੀ ਲੋੜ ਅਤੇ ਪਹਿਲ ਆਧਾਰਿਤ ਪਹਿਲਾ ਕੰਮ ਇਹ ਸੀ ਕਿ ਅਕਾਲੀ ਦਲ ਆਪਣੀ ਇਸ ਮੰਗ ਨੂੰ ਸਿੱਖਾਂ ਦੀ ਬਜਾਏ ਪੂਰੇ ਪੰਜਾਬ ਦੀ ਮੰਗ ਬਣਾਉਂਦਾ। ਆਪਣੀ ਭਾਈਵਾਲ ਜਮਾਤ ਭਾਜਪਾ ਤੋਂ ਵੀ ਇਸ ਹਿੱਤ ਮਤਾ ਪਾਸ ਕਰਾਉਂਦਾ ਅਤੇ ਸੱਤਾ ਵਿੱਚ ਭਾਈਵਾਲੀ ਦੀ ਇਹ ਇੱਕ ਸ਼ਰਤ ਬਣਾਉਂਦਾ। ਬਾਕੀ ਫਿਰਕਿਆਂ, ਵਰਗਾਂ ਅਤੇ ਖਾਸ ਕਰ ਹਿੰਦੂ ਜਮਾਤ ਨੂੰ ਇਸ ਦੇ ਹਿੱਤ ਵਿੱਚ ਖੜਾ ਕਰਦਾ। ਇਸ ਵਾਸਤੇ ਅਕਾਲੀ ਦਲ ਨੇ ਕਦੇ ਵੀ ਕੁਝ ਵੀ ਨਹੀਂ ਕੀਤਾ ਹੈ। ਇਸ ਪਾਸੇ ਨਾ ਹੀ ਆਪਣੀ ਕਦੇ ਕੋਈ ਦਿਲਚਸਪੀ ਹੀ ਪ੍ਰਗਟਾਈ ਹੈ। ਇਸ ਨੇ ਹਮੇਸ਼ਾ ਅੱਗ ਦੇ ਭਾਂਬੜਾਂ ਵਿੱਚ ਸਿੱਖ ਕੌਮ ਨੂੰ ਹੀ ਬਾਲਣ ਬਣਾ ਕੇ ਵਰਤਿਆ ਹੈ। ਆਪਣੀ ਇਸ ਮੰਗ ਦੀ ਪੂਰਤੀ ਲਈ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਮੰਗ ਲਿਖਣ ਤੋਂ ਪਹਿਲਾਂ ਬਣੀ 1967 ਵਿਚਲੀ ਅਕਾਲੀ ਸਰਕਾਰ ਵੱਲੋਂ ਆਪਣੀ ਇਸ ਮੰਗ ਨੂੰ ਕਾਨੂੰਨੀ ਆਧਾਰ ਅਤੇ ਮਾਨਤਾ ਦਿਲਵਾਉਣ ਹਿੱਤ ਪੰਜਾਬ ਵਿਧਾਨ ਸਭਾ ਵਿੱਚ ਸਮੁੱਚੇ ਸਦਨ ਵੱਲੋਂ ਇਸ ਮੰਗ ਦੇ ਹੱਕ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਰਕਾਰੀ ਬਿੱਲ ਪਾਸ ਕਰਵਾ ਕੇ ਭਾਰਤ ਸਰਕਾਰ ਨੂੰ ਭੇਜਣਾ ਚਾਹੀਦਾ ਸੀ। ਜੇ ਅਕਾਲੀ ਅਨੰਦਪੁਰ ਸਾਹਿਬ ਮਤਾ ਲਿਖਣ ਤੋਂ ਪਹਿਲਾਂ ਅਜਿਹੀ ਮੰਗ ਕਰਦੇ ਪਏ ਸਨ ਤਾਂ ਉਹਨਾਂ ਨੇ ਆਪਣੀ ਬਣੀ ਸਰਕਾਰ ਵੇਲੇ ਇੰਜ ਕਿਉਂ ਨਹੀਂ ਕੀਤਾ। ਇਹ ਅਕਾਲੀ ਸਿਆਸਤ ਦੇ ਮਰਦਾਊਪਣ ਦੀ ਨਹੀਂ, ਮੁਰਦਾਪਣ ਦੀ ਨਿਸ਼ਾਨੀ ਹੈ। ਜੇ ਅਕਾਲੀ ਦਲ ਆਪਣੀ ਇਸ ਮੰਗ ਪ੍ਰਤੀ ਵਾਕਈ ਹੀ ਗੰਭੀਰ ਸੀ ਤਾਂ 1970 ਵਿੱਚ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਇੰਜ ਕੀਤਾ ਜਾਣਾ ਚਾਹੀਦਾ ਸੀ। ਸਿੱਖਾਂ ਨੂੰ ਮਾਨਤਾ ਦਿਲਵਾਉਣ ਲਈ ਇੱਕ ਮੁੱਖ ਮੰਤਰੀ ਨੂੰ ਸੰਵਿਧਾਨ ਫਾੜਨ ਅਤੇ ਸਾੜਨ ਦੀ ਕੀ ਲੋੜ ਸੀ। ਹੁਣ ਅਨੰਦਪੁਰ ਮਤਾ ਪਾਸ ਹੋਣ ਤੋਂ ਬਾਅਦ ਇਕੱਲੇ ਬਾਦਲ ਵੱਲੋਂ 4 ਵਾਰ ਅਤੇ ਕੁੱਲ 5 ਵਾਰ ਪੰਜਾਬ ਵਿੱਚ ਸਰਕਾਰ ਬਣਾ ਲਏ ਜਾਣ ਦੇ ਬਾਵਜੂਦ ਅਕਾਲੀ ਦਲ ਨੇ ਇੰਜ ਆਪਣਾ ਪ੍ਰਣ ਪੂਰਾ ਕਰਨ ਦਾ ਸਿਆਸੀ ਧਰਮ ਕਿਉਂ ਨਹੀਂ ਨਿਭਾਇਆ ਹੈ। ਇਸ ਨਿਮਿਤ ਲੋੜੀਂਦਾ ਵਿਧਾਨਕ ਮਤਾ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਹੁਣ ਵੀ ਕਿਉਂ ਨਹੀਂ ਪਾਸ ਕਰਾਉਂਦਾ। ਹੁਣ ਅਕਾਲੀ ਦਲ ਨੂੰ ਕੌਣ ਰੋਕਦਾ ਹੈ? ਇਹ ਉਹ ਤੱਥ ਅਤੇ ਪ੍ਰਤੱਖ ਸਵਾਲ ਹਨ ਜਿਹੜੇ ਅਕਾਲੀ ਦਲ ਨੂੰ ਦੋਸ਼ੀ ਬਣਾ ਕੇ ਕਟਹਿਰੇ ਵਿੱਚ ਖੜਾ ਕਰਕੇ ਕਸੂਰਵਾਰ ਠਹਿਰਾਉਂਦੇ ਹਨ। ਜੇ ਅਕਾਲੀ ਦਲ ਦੀ ਲੀਡਰਸ਼ਿਪ ਚਾਹੇ ਤਾਂ ਉਹ ਹੁਣ ਵੀ ਬਹੁਤ ਕੁਝ ਕਰ ਸਕਦੀ ਹੈ ਜਿਸ ਲਈ ਉਹ ਪੰਜਾਬ ਸਰਕਾਰ ਵਿੱਚ ਬਤੌਰ ਸੱਤਾਧਾਰੀ ਧਿਰ ਦੇ ਸਮਰੱਥ ਹੈ ਅਤੇ ਇੰਜ ਕਰਨਾ ਉਸ ਦਾ ਰਾਜ ਧਰਮ ਬਣਦਾ ਹੈ। ਜਿਸ ਨਿਮਿਤ ਅਕਾਲੀ ਲੀਡਰਸ਼ਿਪ ਨੂੰ ਹੁਣ ਕਿਸੇ ਪਾਸੇ ਤੋਂ ਵੀ ਰਾਜ ਭਾਗ ਖੁੱਸ ਜਾਣ ਦਾ ਕੋਈ ਵੀ ਖਤਰਾ ਨਹੀਂ ਹੈ। ਕੇਂਦਰ ਵੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਬਰਤਰਫ ਕਰਕੇ ਗਵਰਨਰੀ ਰਾਜ ਲਾਗੂ ਨਹੀਂ ਕਰ ਸਕਦਾ। ਇਸ ਹਿੱਤ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪਣੀ ਇਸ ਮੰਗ ਨੂੰ ਵਿਧਾਨਕ ਅਤੇ ਸੰਵਿਧਾਨਕ ਆਧਾਰ ਪ੍ਰਦਾਨ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਪੰਜਾਬ ਸਰਕਾਰ ਦੀ ਮੰਤਰੀ ਪ੍ਰੀਸ਼ਦ ਵੱਲੋਂ ਇੱਕ ਮਤਾ ਪਾਸ ਕਰਵਾ ਕੇ ਉਸ ਨੂੰ ਗਜ਼ਟ ਕਰਕੇ ਪੰਜਾਬ ਦੇ ਹੱਕਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਆਖਰ ਲੋਕਤੰਤਰ ਵਿੱਚ ਜੇ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਹਿੱਤ ਕਾਨੂੰਨ ਅਤੇ ਵਿਧਾਨ ਹੀ ਨਹੀਂ ਘੜ ਸਕਦੀ ਤਾਂ ਸਰਕਾਰ ਦਾ ਹੋਰ ਕੰਮ ਕੀ ਹੈ? ਫਿਰ ਸਰਕਾਰ ਦੀ ਲੋੜ ਹੀ ਕੀ ਹੈ? ਇਸ ਹਿੱਤ ਅਕਾਲੀ ਦਲ ਪੰਜਾਬ ਦੇ ਹਰ ਵਰਗ ਵਿੱਚ ਆਮ ਸਹਿਮਤੀ ਨਹੀਂ ਬਣਾ ਸਕਿਆ। ਇੱਕ ਇਲਾਕਾਈ, ਰਾਜਸੀ ਅਤੇ ਸੰਸਕ੍ਰਿਤਕ ਮੰਗ ਨੂੰ ਵੀ ਇਸ ਨੇ ਸਿੱਖੀ ਦੀ
ਗਲਤ ਰੰਗਤ ਦੇ ਕੇ ਸਿੱਖਾਂ ਦਾ, ਸਿੱਖ ਧਰਮ ਦਾ ਅਤੇ ਸਿੱਖੀ ਸਿਧਾਂਤਾਂ ਦਾ ਖੁੱਲ੍ਹੇਆਮ ਸ਼ੋਸ਼ਣ ਕੀਤਾ ਹੈ, ਜਿਸ ਨਾਲ ਸਿੱਖਾਂ ਪ੍ਰਤੀ ਭਾਰਤ ਵਿੱਚ ਵੈਰ ਭਾਵ ਪੈਦਾ ਕਰਵਾਇਆ ਗਿਆ ਹੈ। ਆਪਣੀ ਇਸ ਮੱਧ ਵਿੱਚ ਜਿਹੜੀ ਇੱਕ ਹੋਰ ਨਾ ਬਖਸ਼ਣਯੋਗ ਵੱਡੀ ਗਲਤੀ ਅਕਾਲੀ ਦਲ ਨੇ ਕੀਤੀ, ਉਹ ਇਹ ਸੀ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਹੀ ਜਦ ਅਕਾਲੀ ਦਲ ਉਸੇ ਵੇਲੇ ਹੀ ਕਹਿਣ ਲੱਗ ਪਿਆ ਸੀ ਕਿ ਲੰਗੜਾ ਲੂਲਾ ਸੂਬਾ ਨਹੀਂ ਸੂਬੀ ਦਿੱਤੀ ਹੈ, ਤਾਂ ਇਸ ਦੇ ਪਹਿਲੇ ਹੀ ਮੁੱਖ ਮੰਤਰੀ, ਜਿਹੜੇ ਕਿ ਖੁਦ ਜੱਜ ਸਨ ਅਤੇ ਸਭ ਕਾਨੂੰਨੀ ਅਤੇ ਸੰਵਿਧਾਨਕ ਦਾਅ ਪੇਚ ਅਤੇ ਲੋੜਾਂ ਨੂੰ ਸਮਝਦੇ ਸਨ, ਜਸਟਿਸ ਗੁਰਨਾਮ ਸਿੰਘ ਨੂੰ ਫਿਰ ਮੁੱਖ ਮੰਤਰੀ ਬਣਦੇ ਸਾਰ ਹੀ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਕੀਤੀ ਗਈ ਹੱਦਬੰਦੀ ਨੂੰ ਰੱਦ ਕਰਨਾ ਚਾਹੀਦਾ ਸੀ, ਤਾਂ ਜੋ ਸੰਵਿਧਾਨਕ ਅਤੇ ਵਿਧਾਨਕ ਆਧਾਰ ਤੇ ਪੰਜਾਬ ਦੇ ਇਲਾਕਾਈ ਹੱਕਾਂ ਤੇ ਪਹਿਰਾ ਦਿੱਤਾ ਜਾ ਸਕਦਾ ਅਤੇ ਉਹਨਾਂ ਨੂੰ ਕੌਮਾਂਤਰੀ ਪੱਧਰ ਤੇ ਪੂਰਾ ਕਰਾਉਣ ਦਾ ਸੰਵਿਧਾਨਕ ਬੰਨ ਮਾਰਿਆ ਜਾ ਸਕਦਾ। ਇਸੇ ਦੇ ਨਾਲ ਹੀ ਉਹਨਾਂ ਵੱਲੋਂ ਅਕਾਲੀ ਦਲ ਪੰਜਾਬ ਦੇ ਲੋਕਾਂ ਵੱਲੋਂ ਕਿਹੋ ਜਿਹਾ ਪੰਜਾਬੀ ਸੂਬਾ ਚਾਹੁੰਦਾ ਹੈ, ਇਸ ਦਾ ਵਿਸਥਾਰ ਦੇ ਕੇ ਇੱਕ ਸੰਵਿਧਾਨਕ ਮਤਾ ਪਾਸ ਕਰਨਾ ਚਾਹੀਦਾ ਸੀ, ਜੋ ਭਾਰਤ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਭੇਜਿਆ ਜਾਂਦਾ। ਅਜਿਹਾ ਨਾ ਕਰਕੇ ਅਕਾਲੀ ਦਲ ਨੇ ਪੰਜਾਬ ਨਾਲ ਆਮ ਤੌਰ ਤੇ ਅਤੇ ਸਿੱਖ ਕੌਮ ਨਾਲ ਖਾਸ ਤੌਰ ਤੇ ਮਿੱਥ ਕੇ ਧੋਖਾ ਕੀਤਾ ਹੈ। ਇਸ ਧੋਖੇਬਾਜ਼ੀ ਲਈ ਸਿੱਧੀ ਜ਼ਿੰਮੇਵਾਰੀ ਜਿੱਥੇ ਅਕਾਲੀ ਦਲ ਇਸ ਦੇ ਪ੍ਰਧਾਨ ਅਤੇ ਵਰਕਿੰਗ ਕਮੇਟੀ ਦੀ ਬਣਦੀ ਹੈ, ਉੱਥੇ ਹੀ ਸਰਕਾਰੀ ਤੌਰ ਤੇ ਇਸ ਦੀ ਵਿਧਾਨਕ ਅਤੇ ਕਾਨੂੰਨੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਜਸਟਿਸ ਗੁਰਨਾਮ ਸਿੰਘ, ਸ਼੍ਰੀ ਲਛਮਣ ਸਿੰਘ ਗਿੱਲ, ਸ਼੍ਰੀ ਸੁਰਜੀਤ ਸਿੰਘ ਬਰਨਾਲਾ ਅਤੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਹੀ ਬਣਦੀ ਹੈ। ਪੰਜਾਬੀ ਸੂਬਾ ਬਣਨ ਤੋਂ ਬਾਅਦ ਇਹ ਚਾਰੋਂ ਲੀਡਰ ਹੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਨੰਦਪੁਰ ਸਾਹਿਬ ਮਤਾ ਪਾਸ ਹੋਣ ਤੋਂ ਪਹਿਲਾਂ ਅਤੇ ਉਪਰੰਤ ਬਣਦੇ ਰਹੇ ਹਨ। ਅਰਥਾਤ 1967 ਤੋਂ ਲੈ ਕੇ 1977 ਤੱਕ ਇਹਨਾਂ ਮੁੱਖ ਮੰਤਰੀਆਂ ਨੇ ਹੀ ਪੰਜਾਬ ਦੀ ਹੱਦਬੰਦੀ ਸੰਬੰਧੀ ਕੋਈ ਵਿਧਾਨਕ ਠੋਸ ਅਤੇ ਲੋੜੀਂਦੀ ਕਾਰਵਾਈ ਨਾ ਕਰਕੇ ਬੇਈਮਾਨੀ ਹੀ ਨਹੀਂ ਸਗੋਂ ਸਿੱਧੀ ਵਾਅਦਾ ਖਿਲਾਫੀ, ਧੋਖੇਬਾਜ਼ੀ ਅਤੇ ਗੱਦਾਰੀ ਕੀਤੀ ਹੈ। ਪਾਠਕਾਂ ਨੂੰ ਹਮੇਸ਼ਾ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਅਕਾਲੀ ਦਲ ਵੱਲੋਂ ਅਨੰਦਪੁਰ ਸਾਹਿਬ ਦਾ ਮਤਾ ਉਦੋਂ ਪਾਸ ਕੀਤਾ ਗਿਆ ਜਦੋਂ ਇਸ ਦੀ ਪੰਜਾਬ ਅੰਦਰ ਸਰਕਾਰ ਸੀ ਅਤੇ ਇਸ ਪਾਸ ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਸੀ। ਚੰਡੀਗੜ੍ਹ ਵਿੱਚ ਸੱਤਾ ਵਿੱਚ ਅਕਾਲੀ ਦਲ ਦਾ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਸੀ। ਅਨੰਦਪੁਰ ਸਾਹਿਬ ਮਤਾ ਪਾਸ ਹੋਣ ਤੋਂ ਪਹਿਲਾਂ ਅਤੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਉਦੋਂ ਵੀ 2 ਵਾਰ ਮੁੱਖ ਮੰਤਰੀ ਬਣ ਚੁੱਕੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਪਾਰਟੀ ਦੇ ਦਿੱਤੇ ਲੋਕਤੰਤਰੀ ਵਚਨ ਨੂੰ ਪੂਰਾ ਕਰਨ ਦੀ ਪਹਿਲੀ ਅਤੇ ਸ਼੍ਰੋਮਣੀ ਜ਼ਿੰਮੇਵਾਰੀ ਬਣਦੀ ਸੀ। ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਸ਼੍ਰੀ ਬਾਦਲ ਨੂੰ ਇਸ ਦੀ ਅਕਲ ਨਹੀਂ ਸੀ। ਅਕਾਲੀ ਦਲ ਨੂੰ ਅਤੇ ਇਸ ਦੇ ਮੁੱਖ ਮੰਤਰੀ ਸ਼੍ਰੀ ਬਾਦਲ ਨੂੰ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਸਰਕਾਰ ਦੀ ਤਾਕਤ ਦਾ ਸਹੀ ਅੰਦਾਜ਼ਾ, ਤਜਰਬਾ ਅਤੇ ਲੋੜੀਂਦੀ ਮੁਹਾਰਤ ਦਾ ਬਹੁਤ ਵੱਡਾ ਤਜਰਬਾ ਅਤੇ ਸਰਕਾਰ ਤੇ ਪਕੜ ਅਕਾਲੀ ਦਲ ਪਾਸ ਸੀ। ਇਹ ਇਸ ਗੱਲ ਤੋਂ ਵੀ ਵਾਕਫ ਸੀ ਕਿ ਕਿਵੇਂ ਸੂਬਾ ਸਰਕਾਰ ਰਾਹੀਂ ਸੂਬੇ ਦੀਆਂ ਵਿਧਾਨਕ ਅਤੇ ਲੋਕਤੰਤਰੀ ਮੰਗਾਂ ਪੂਰੀਆਂ ਕਰਵਾਈਆਂ ਜਾਂਦੀਆਂ ਹਨ। ਇਸ ਕਰਕੇ ਸ਼੍ਰੀ ਬਾਦਲ ਨੂੰ ਅਕਾਲੀ ਦਲ ਵੱਲੋਂ ਪਾਸ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਦਿੱਤੇ ਗਏ ਰਾਜਸੀ ਨਿਸ਼ਾਨੇ ਦੇ ਵਚਨ ਨੂੰ ਸਰਕਾਰੀ ਪੱਧਰ ਤੇ ਪੂਰਾ ਕਰਾਉਣ ਅਤੇ ਕਰਕੇ ਦੇਣ ਦੀ ਪਹਿਲੀ ਅਤੇ ਆਖਰੀ ਜ਼ਿੰਮੇਵਾਰੀ ਬਣਦੀ ਸੀ, ਜਿਸ ਫਰਜ਼ ਨੂੰ ਪੂਰਾ ਕਰਨਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਰਾਜਸੀ ਸੱਤਾ ਧਰਮ ਸੀ, ਜੋ ਉਹਨਾਂ ਕਦੇ ਵੀ ਪੂਰਾ ਨਹੀਂ ਕੀਤਾ। ਅਕਾਲੀ ਦਲ ਦੀ ਲੀਡਰਸ਼ਿਪ ਜੇ ਚਾਹੇ ਤਾਂ ਹੁਣ ਵੀ ਅਜਿਹਾ ਕਰ ਸਕਦੀ ਹੈ, ਕਿਉਂਕਿ ਵਰਤਮਾਨ ਵਿੱਚ ਵੀ ਸਰਕਾਰ ਅਕਾਲੀ ਦਲ ਦੀ ਹੀ ਹੈ ਤੇ ਮੁੱਖ ਮੰਤਰੀ ਵੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਕਿੰਨੀ ਵੱਡੀ ਨਿਰਦਇਤਾ ਭਰਪੂਰ ਸੱਚਾਈ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਪਾਸ ਹੋਣ ਸਮੇਂ ਸੂਬੇ ਵਿੱਚ ਅਕਾਲੀ ਸਰਕਾਰ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀ ਅਤੇ ਅੱਜ ਵੀ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਵਿੱਚ ਸੱਤਾਧਾਰੀ ਧਿਰ ਅਕਾਲੀ ਦਲ ਹੀ ਹੈ ਤੇ ਮੁੱਖ ਮੰਤਰੀ ਫਿਰ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਕੀ ਉਹ ਆਪਣੀ ਪਾਰਟੀ ਦੀ, ਅਕਾਲੀ ਲੀਡਰਸ਼ਿਪ ਦੀ ਅਤੇ ਸਰਕਾਰ ਦੀ ਵਚਨਬੱਧਤਾ ਅਤੇ ਵਿਸ਼ਵਾਸਯੋਗਤਾ ਨੂੰ ਕਾਇਮ ਕਰਨ ਲਈ ਹੁਣ ਵੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਹੂਬਹੂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਵਾਉਣਗੇ, ਜਾਂ ਜਿਹੜੇ ਸਿੱਖ ਵੋਟਰ, ਜਿਹੜਾ ਅਕਾਲ ਤਖਤ, ਜਿਹੜੇ 5 ਸਿੰਘ ਸਾਹਿਬਾਨ, ਜਿਹੜੇ 5 ਪਿਆਰੇ ਇਸ ਮੁੱਖ ਮੰਤਰੀ ਨੂੰ ਫਖਰੇ ਕੌਮ ਦਾ ਖਿਤਾਬ ਦਿੰਦੇ ਹਨ, ਉਹ ਇਸ ਤੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਪੂਰਾ ਕਰਾਉਣ ਲਈ ਸ਼੍ਰੀ ਅਕਾਲ ਤਖਤ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕੀਤੀਆਂ ਅਰਦਾਸਾਂ ਨੂੰ ਪੂਰਾ ਕਰਾਉਣ ਲਈ ਸਿੱਖ ਕੌਮ ਦਾ ਖਾ ਕੇ ਗੁਰੂ ਕੀ ਗੋਲਕ ਤੋਂ ਜ਼ਿੰਦਗੀ ਹੰਢਾ ਕੇ ਵੀ ਸਿੱਖ ਕੌਮ ਅਤੇ ਖਾਲਸਾ ਪੰਥ ਲਈ ਇਸ ਲੀਡਰ ਤੋਂ ਅਰਦਾਸਾਂ ਪੂਰੀਆਂ ਕਰਵਾਉਣ ਲਈ ਕੋਈ ਠੋਸ ਕਦਮ ਚੁੱਕਣਗੇ।
ਤੱਥ ਗਵਾਹੀ ਭਰਦੇ ਹਨ ਕਿ ਅਕਾਲੀ ਦਲ ਦੀ ਵਿਧਾਇਕਾਂ ਨੇ, ਅਕਾਲੀ ਦਲ ਦੀ ਸਰਕਾਰ ਨੇ ਅਤੇ ਅਕਾਲੀ ਦਲ ਦੇ ਕਿਸੇ ਵੀ MLA ਨੇ ਪੰਜਾਬ ਵਿਧਾਨ ਸਭਾ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਭਾਵਨਾ ਅਨੁਰੂਪ ਅਤੇ ਮਤੇ ਵਿੱਚ ਦਰਜ ਹੂਬਹੂ ਲਿਖੇ ਲਫ਼ਜ਼ਾਂ ਵਿੱਚ ਇੱਕ ਵੀ ਬਿੱਲ ਲਿਆਉਣ ਦੀ ਜੁਰਤ ਨਹੀਂ ਦਿਖਾਈ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ, ਪੰਥ ਨੂੰ ਹਮੇਸ਼ਾ ਹੀ ਧੋਖਾ ਦਿੰਦੇ ਹੋਏ ਆਪਣੇ ਹੀ ਵੱਲੋਂ ਪਾਸ ਕੀਤੇ ਮਤੇ ਅਤੇ ਉਸ ਮੁਤਾਬਕ ਦਿੱਤੇ ਵਚਨਾਂ ਤੋਂ ਭਗੌੜਾ ਹੁੰਦਾ ਆ ਰਿਹਾ ਹੈ। ਵਰਤਮਾਨ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਚਾਹੇ ਤਾਂ ਖਾਲਸਾ ਪੰਥ ਨਾਲ ਕੀਤੀ ਗੱਦਾਰੀਆਂ ਅਤੇ ਬੇਵਫਾਈਆਂ ਦੀ ਸਮੁੱਚੀ ਅਕਾਲੀ ਵਿਰਾਸਤ ਦੇ ਕਲੰਕ ਨੂੰ ਧੋ ਸਕਦਾ ਹੈ। ਅਕਾਲੀਆਂ ਪਾਸ ਖਰਾ ਸਮਾਂ ਹੈ ਕਿ ਉਹ ਆਪਣੀ ਹੀ ਜ਼ਮੀਰ ਅੱਗੇ ਆਪਣੇ ਕਲੰਕ ਨੂੰ ਮਿਟਾ ਸਕਦੇ ਹਨ। ਮੈਨੂੰ ਇਸ ਦੀ ਉੱਕਾ ਹੀ ਆਸ ਨਹੀਂ ਹੈ, ਕਿਉਂਕਿ ਅਕਾਲੀ ਦਲ ਦਾ ਏਜੰਡਾ ਪੰਥ ਦਾ ਭਲਾ ਕਰਨਾ ਨਹੀਂ, ਸਗੋਂ ਪੰਥ ਨੂੰ ਖੋਰਾ ਲਾਉਣਾ ਹੀ ਲਗਾਤਾਰ ਚੱਲਦਾ ਅਤੇ ਸਾਬਤ ਹੁੰਦਾ ਚਲਾ ਆ ਰਿਹਾ ਹੈ। ਬਹੁਤ ਜ਼ਿਆਦਾ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਵਿਧਾਨ ਸਭਾ ਅਤੇ ਭਾਰਤ ਦੀ ਸੰਸਦ ਵਿੱਚ ਇਸ ਅਨੰਦਪੁਰ ਸਾਹਿਬ ਮਤੇ ਦੇ ਦਿਮਾਗ ਕਹੇ ਜਾਂਦੇ ਪੰਥ ਦੇ ਨਾਮਵਰ ਵਿਦਵਾਨ ਸਰਦਾਰ ਕਪੂਰ ਸਿੰਘ ਵੀ ਚੁੱਪ ਹੀ ਰਹੇ ਹਨ। ਇਹਨਾਂ ਤੱਥਾਂ ਦੇ ਆਧਾਰ ਤੇ ਬਿਨਾਂ ਕੋਈ ਦੂਸ਼ਣ ਲਾਏ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ, ਜਿਹੜੀ ਭਾਰਤ ਦੀ ਸੰਸਦ ਦੀ ਮੈਂਬਰ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਦੀ ਮੈਂਬਰ ਵੀ ਬਣਦੀ ਰਹੀ ਹੈ, ਸਭ ਤੋਂ ਵੱਡੀ ਅਤੇ ਪਹਿਲੀ ਧੋਖੇਬਾਜ਼ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਸਾਬਤ ਹੁੰਦੀ ਹੈ, ਜਿਸ ਵਿੱਚ ਸ਼੍ਰੀ ਮੋਹਨ ਸਿੰਘ ਤੁੜ, ਸ਼੍ਰੀ ਜਗਦੇਵ ਸਿੰਘ ਤਲਵੰਡੀ, ਸ਼੍ਰੀ ਗੁਰਚਰਨ ਸਿੰਘ ਟੋੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਹਰਚੰਦ ਸਿੰਘ ਲੌਂਗੋਵਾਲ, ਸ਼੍ਰੀ ਸੁਰਜੀਤ ਸਿੰਘ ਬਰਨਾਲਾ, ਸੰਤ ਅਜੀਤ ਸਿੰਘ, ਸ਼੍ਰੀ ਸੁਖਦੇਵ ਸਿੰਘ ਢੀਂਡਸਾ, ਸ਼੍ਰੀ ਬਲਵਿੰਦਰ ਸਿੰਘ ਭੂੰਦੜ ਗੁਜਰਾਲ, ਸ਼੍ਰੀ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਵਰਤਮਾਨ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਪਹਿਲ ਆਧਾਰਿਤ ਦੋਸ਼ੀ ਸਾਬਤ ਹੁੰਦੇ ਹਨ। ਇਸ ਗੱਲੋਂ ਹੋਰ ਵੱਡੀ ਨਿਰਾਸ਼ਾ ਕੌਮ ਦੇ ਅਤੇ ਅਕਾਲੀਆਂ ਦੇ ਪੱਲੇ ਪੈਂਦੀ ਹੈ ਕਿ ਸਿਧਾਂਤਾਂ ਦਾ ਵਾਸਤਾ ਦੇ ਕੇ, ਕੌਮ, ਪੰਥ ਅਤੇ ਸਿੱਖੀ ਦਾ ਹਿੱਤ ਦੱਸ ਕੇ ਜਾਂ ਨਾਮ ਵਰਤ ਕੇ ਅਕਾਲੀ ਦਲ ਤੋਂ ਜੁਦਾ ਹੋ ਕੇ ਨਵੇਂ ਅਕਾਲੀ ਦਲ ਬਣਾਉਣ ਵਾਲੇ ਅਕਾਲੀ ਲੀਡਰਾਂ ਵਿੱਚੋਂ ਵੀ ਕੋਈ ਵੀ ਆਪਣੀ ਵਚਨਬੱਧਤਾ ਅਤੇ ਕੌਲ ਇਕਰਾਰਾਂ ਉੱਪਰ ਖਰਾ ਉਤਰਨ ਦੀ ਝੂਠੀ ਜਿਹੀ ਕੋਸ਼ਿਸ਼ ਵੀ ਨਹੀਂ ਕਰਦਾ ਦਿਖਦਾ, ਜਦ ਕਿ ਇਹ ਸਾਰੇ ਹੀ ਲੀਡਰ ਸਿੱਖ ਸਿਧਾਂਤਾਂ ਅਤੇ ਪੰਥ ਪ੍ਰਸਤੀ ਤੇ ਕੌਮ ਪ੍ਰਸਤੀ ਕਰਕੇ ਹੀ ਅਕਾਲੀ ਦਲ ਤੋਂ ਜੁਦਾ ਹੋ ਕੇ ਅਕਾਲੀ ਦਲ ਬਣਾਉਂਦੇ ਹਨ ਦਾ ਖੁਦ ਦਾਅਵਾ ਕਰਦੇ ਆ ਰਹੇ ਹਨ। ਇਹਨਾਂ ਵਿੱਚੋਂ ਮੁੱਖ ਤੌਰ ਤੇ ਸ਼੍ਰੀ ਜਗਦੇਵ ਸਿੰਘ ਤਲਵੰਡੀ, ਸ਼੍ਰੀ ਗੁਰਚਰਨ ਸਿੰਘ ਟੋੜਾ, ਸ਼੍ਰੀ ਸੁਰਜੀਤ ਸਿੰਘ ਬਰਨਾਲਾ, ਸ਼੍ਰੀ ਰਵੀ ਇੰਦਰ ਸਿੰਘ, ਸੰਤ ਅਜੀਤ ਸਿੰਘ ਅਤੇ ਸ਼੍ਰੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸ਼੍ਰੀ ਮਨਜੀਤ ਸਿੰਘ ਕਲਕੱਤਾ ਵਰਗੇ ਉਹ ਬੰਦੇ ਸ਼ਾਮਲ ਹਨ ਜੋ ਕਦੇ ਅਨੰਦਪੁਰ ਸਾਹਿਬ ਦੇ ਮਤੇ ਲਈ ਕੌਮ ਪ੍ਰਸਤੀ ਦੀ ਖਾਤਰ ਸੱਤਾ ਵਿੱਚ ਹੁੰਦੇ ਹੋਏ ਪਸੀਜੇ ਨਹੀਂ। ਉਂਝ ਸਿਧਾਂਤਾਂ, ਕੌਮ ਪ੍ਰਸਤੀ, ਪੰਥ ਪ੍ਰਸਤੀ, ਧਰਮ ਅਤੇ ਨਿਆਂ ਦੀਆਂ ਡਿੰਗਾਂ ਮਾਰਦੇ ਅਤੇ ਇਸ ਦੇ ਅਲੰਬਰਦਾਰ ਅਖਵਾਉਣ ਤੋਂ ਇਹ ਕਦੇ ਥੱਕਦੇ ਨਹੀਂ ਹਨ। ਮੁੜ ਸੱਤਾ ਲਈ ਕੌਮ ਨੂੰ, ਅਨੰਦਪੁਰ ਸਾਹਿਬ ਦੇ ਮਤੇ ਨੂੰ, ਪੰਜਾਬ ਦੇ ਵੋਟਰਾਂ ਨੂੰ ਅਤੇ ਪੰਜਾਬੀਆਂ ਨੂੰ ਰਾਜਨੀਤਿਕ ਠੱਗੀ ਰਾਹੀਂ ਸੱਤਾ ਦੀ ਠੱਗੀ ਮਾਰਨ ਲਈ ਹਮੇਸ਼ਾ ਠੱਗਦੇ ਚਲੇ ਆ ਰਹੇ ਹਨ। ਸਿਖਰਾਂ ਤੋਂ ਵੀ ਡਿੱਗ ਕੇ ਇਹ ਕੌਮ ਪ੍ਰਸਤੀ ਦੇ ਪੰਥਕ ਲੀਡਰ ਹੀ ਬਣੇ ਹੋਏ ਹਨ। ਇਹ ਇੱਕ ਅਜਿਹਾ ਰਾਜਸੀ ਧੋਖਾ ਹੈ ਜਿਸ ਦੀ ਕਿਧਰੇ ਵੀ ਕੋਈ ਮਿਸਾਲ ਨਹੀਂ ਮਿਲ ਸਕਦੀ। ਇੱਥੇ ਇਸ ਗੱਲ ਤੋਂ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਖਾਸ ਤੌਰ ਤੇ ਸਿੱਖ ਵੋਟਰਾਂ ਨੂੰ ਚੇਤਨਤਾ ਦੀ ਅਤ ਜ਼ਰੂਰਤ ਇਸ ਲਈ ਹੈ ਕਿ ਇਹ ਉਪਰੋਕਤ ਮੱਧ ਵਿਚਲਾ ਸਾਰਾ ਕੰਮ ਕੇਵਲ ਤੇ ਕੇਵਲ ਅਕਾਲੀ ਦਲ ਨੇ ਖੁਦ ਕਰਨਾ ਸੀ। ਪੰਜਾਬ ਵਿਧਾਨ ਸਭਾ ਵਿੱਚ ਵਿਧਾਨਕ ਮਤਾ ਬਤੌਰ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੂੰ ਅਮਲ ਵਿੱਚ ਲਿਆਉਣ ਲਈ ਭੇਜਣਾ ਸੀ, ਜੋ ਨਹੀਂ ਭੇਜਿਆ ਗਿਆ। ਅਗਰ ਅਕਾਲੀ ਦਲ ਇਹ ਕੰਮ ਕਰਨ ਵਿੱਚ ਕਾਮਯਾਬ ਹੁੰਦਾ ਤਾਂ ਕਿਹਾ ਜਾ ਸਕਦਾ ਸੀ ਕਿ ਹੁਣ ਪੰਜਾਬ ਦੀਆਂ ਹੱਕੀ ਵਿਧਾਨਕ ਲੋੜਾਂ ਦੀ ਪੂਰਤੀ ਭਾਰਤ ਸਰਕਾਰ ਨਹੀਂ ਕਰਦੀ ਪਈ ਹੈ। ਅਕਾਲੀ ਦਲ ਨੇ ਆਪਣੀ ਵਿਧਾਨਕ ਜ਼ਿੰਮੇਵਾਰੀ ਨਿਭਾਈ ਹੀ ਨਹੀਂ ਹੈ, ਜਿਸ ਕਰਕੇ ਭਾਰਤ ਸਰਕਾਰ ਦੋਸ਼ੀ ਹੋਣ ਦੇ ਬਾਵਜੂਦ ਵੀ ਅੰਤਰਰਾਸ਼ਟਰੀ ਪੱਧਰ ਤੇ ਨਿਰਦੋਸ਼ ਦੀ ਨਿਰਦੋਸ਼ ਹੀ ਰਹਿ ਜਾਂਦੀ ਹੈ। ਅਜਿਹਾ ਅਕਾਲੀ ਦਲ ਦੀਆਂ ਆਪਣੀਆਂ ਗਲਤੀਆਂ ਕਰਕੇ ਹੈ, ਜਿਸ ਨੇ ਸਿੱਖਾਂ ਵਿੱਚ ਬੇਵਿਸ਼ਵਾਸੀ ਵਾਲੀ ਹਾਰੀ ਹੋਈ ਕੌਮ ਦਾ ਅਹਿਸਾਸ ਪੈਦਾ ਕਰ ਦਿੱਤਾ ਹੈ। ਹੁਣ ਇਸ ਵਿੱਚੋਂ ਨਿਕਲਣ ਲਈ ਕਈ ਦਹਾਕੇ ਲੱਗਣਗੇ। ਇਸ ਦੇ ਨਾਲ ਹੀ ਅੱਜ ਅਸੀਂ
ਇਹ ਕਿਤਾਬ ਪੰਨਾ ਨੰਬਰ 78 ਤੱਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।